ਸਤਿ ਸ੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਮੇਰੇ ਨਾਲ ਨੇ ਨਰਿੰਦਰ ਸੱਤੀ ਜੀ, ਸੀਨੀਅਰ ਜਰਨਲਿਸਟ। ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਖਬਰ ਜੰਕਸ਼ਨ ਦੇ ਵਿੱਚ। ਸੋ ਸੱਤੀ ਸਾਹਿਬ, ਖਬਰਾਂ ਦੇ ਜੰਕਸ਼ਨ ਤੇ ਹਾਜ਼ਰ ਹੋ ਗਏ ਆਪਾਂ। ਬਿਲਕੁਲ ਹਾਜ਼ਰ ਹੋ ਗਏ ਗੱਡੀ ਆ ਲੱਗੀ ਪਲੇਟਫਾਰਮ ਤੇ। ਪਰ ਇਸ ਵਕਤ ਫਲਾਈਟ ਚਾਹੀਦੀ ਆਪਾਂ ਨੂੰ, ਕਿਉਂਕਿ ਆਪਾਂ ਅਮਰੀਕਾ ਤੋਂ ਸ਼ੁਰੂ ਕਰਾਂਗੇ। ਜੀ ਜੀ। ਤਾਂ ਇਸ ਕਰਕੇ ਪਲੇਟਫਾਰਮ ਦੇ ਉੱਤੇ ਆਪਾਂ ਫਲਾਈਟ ਉਤਾਰਦੇ ਹਾਂ। ਹੁਣ ਤਾਂ ਐ ਲੱਗਦਾ ਵੀ ਜਿੱਦਾਂ ਆ ਅਮਰੀਕਾ ਹੈ ਨਾ। ਹਾਂ, ਅਮਰੀਕਾ ਅਗਲਾ ਸਟੇਸ਼ਨ ਅਮਰੀਕਾ ਆ ਗਿਆ। ਉਹ ਜ਼ਮਾਨਾ ਸੀ ਨਾ ਵੀ ਚਿੱਠੀਆਂ ਤੇ ਵੀ ਪਹੁੰਚ ਗਏ ਯਾਰ, ਚਿੱਠੀ ਪਾ ਦੀ ਹੈ ਨਾ। ਹਾਂ, ਸੱਜਣ ਮਿੱਤਰ ਦੇ, ਰਿਸ਼ਤੇਦਾਰ ਦੇ ਜੇ 4 ਦਿਨ ਰਹਿਣ ਜਾਂ ਚੱਲੇ ਆ, ਜਾਂ ਕਿਤੇ ਸਮਾਗਮ ਤੇ ਚੱਲੇ ਆ, ਇੱਦਾਂ ਵਿਦੇਸ਼ਾਂ ਤੋਂ ਬਲੈਤਾਂ ਤੋਂ ਚਿੱਠੀਆਂ ਆਉਂਦੀਆਂ ਹੁੰਦੀਆਂ ਸੀ ਹੈ ਨਾ। ਬਈ ਭਾਈ ਸੁੱਖ ਸਾਂਦਿਆਂ ਕੱਟਿਆਂ ਬੱਚਿਆਂ ਦੇ ਹਾਲ ਵੀ ਪੁੱਛੇ ਹੁੰਦੇ ਸੀ ਹੈ ਨਾ, ਕੱਟੀਆਂ ਬੱਚੀਆਂ ਦੇ ਹਾਲ ਪੁੱਛੇ। ਹੁਣ ਤਾਂ ਈਮੇਲ ਹੈ, ਈਮੇਲ, ਫੋਨ ਤੇ WhatsApp ਕਾਲ ਹੋ ਜਾਂਦੀ ਆ। 1 ਸੈਕਿੰਡ 'ਚ ਇੱਥੇ ਕੀ ਵਾਪਰਦਾ ਦੁਨੀਆ ਦੇ ਦੂਜੇ ਕੋਨੇ ਤੇ ਪਹੁੰਚ ਜਾਂਦਾ ਹੈ ਨਾ। ਤੇ ਅਮਰੀਕਾ ਸੁੱਖ ਨਾਲ ਭਾਗ ਲਾਇਆ, ਪੰਜਾਬੀਆਂ ਨੇ ਬਥੇਰੇ ਭਾਗ ਲਾਇਆ। ਚਿੱਠੀ ਤੋਂ ਮੈਨੂੰ ਗੱਲ ਯਾਦ ਆਈ ਜਿੱਥੋਂ ਆਪਾਂ ਸ਼ੁਰੂਆਤ ਕਰਦੇ ਹਾਂ। ਅੱਜ ਵੀ ਇੱਕ ਜੋੜਾ ਹੈ, ਬਜ਼ੁਰਗ ਨੇ, ਹਸਬੈਂਡ ਵਾਈਫ। ਉਹ ਉਸ ਜ਼ਮਾਨੇ ਦੇ ਜਦੋਂ ਚਿੱਠੀਆਂ ਲਿਖਦੇ ਸੀ, ਚਿੱਠੀਆਂ ਆਉਂਦੀਆਂ ਜਾਂਦੀਆਂ ਸੀ ਜੀ। ਅੱਜ ਕੱਲ੍ਹ ਵੀ ਉਹ ਕੀ ਕਰਦੇ ਨੇ ਕਿ ਆਪਣੇ ਆਪਣੇ ਕਮਰੇ ਦੇ ਵਿੱਚ ਬਹਿ ਕੇ ਨਾ ਇੱਕ ਦੂਜੇ ਨੂੰ ਚਿੱਠੀ ਲਿਖਦੇ ਆ। ਅੱਛਾ, ਬੜੀ। ਫਿਰ ਉਸ ਤੋਂ ਬਾਅਦ ਪੋਸਟ ਕਰਕੇ ਆਉਂਦੇ ਨੇ। ਜੀ। ਹਸਬੈਂਡ ਨੂੰ ਵਾਈਫ ਦੀ ਚਿੱਠੀ ਮਿਲਦੀ ਹੈ, ਵਾਈਫ ਨੂੰ ਹਸਬੈਂਡ ਦੀ ਚਿੱਠੀ ਮਿਲਦੀ ਹੈ। ਜੀ। ਫਿਰ ਦੋਨੋਂ ਆਪਣੇ ਆਪਣੇ ਕਮਰੇ 'ਚ ਬਹਿ ਕੇ ਪੜ੍ਹਦੇ ਨੇ। ਜੀ। ਇਹ ਹਰ ਹਫਤੇ ਉਹਨਾਂ ਨੇ ਚਿੱਠੀ ਲਿਖਣੀ ਹੈ। ਆਪਣੇ ਜਲੰਧਰ 'ਚ ਉਹ ਜੋੜਾ ਹੈ। ਤੇ ਇਹ ਤਾਂ ਬੜਾ ਖੂਬਸੂਰਤ ਤੁਸੀਂ ਵਰਤਾਰਾ ਦੱਸਿਆ ਵੀ ਇੱਕ ਦੂਜੇ ਨੂੰ ਲਿਖਣ ਡਿਆ ਹੈ ਨਾ। ਮੇਰੇ ਮਿੱਤਰ ਨੇ ਮੈਨੂੰ ਦੱਸਿਆ, ਓਕੇ, ਕਹਿੰਦਾ ਇਹ ਬੜਾ ਵਧੀਆ ਉਹਨਾਂ ਦਾ ਟਾਈਮ ਪਾਸ ਆ ਤੇ ਦਿਲ ਵੀ ਲੱਗਾ ਰਹਿੰਦਾ, ਕਿਉਂਕਿ ਬੱਚੇ ਵਿਦੇਸ਼ਾਂ 'ਚ ਸੈਟਲਡ ਨੇ। ਓਕੇ, ਉਹ ਤੋਂ ਮੈਨੂੰ ਗੱਲ ਚੇਤੇ ਆ ਗਈ ਵੀ ਅੱਛਾ ਬੱਚੇ ਬਾਹਰ ਰਹਿੰਦੇ ਆ। ਹਾਂਜੀ। ਪ੍ਰੇਮ ਪ੍ਰਕਾਸ਼ ਆਪਾਂ ਜਾਣਦੇ ਹਾਂ, ਸਾਹਿਤ ਅਕਾਦਮੀ ਅਵਾਰਡ ਵਿਨਰ। ਜੀ ਜੀ। ਪੰਜਾਬੀ ਦੇ ਕਹਾਣੀਕਾਰ ਨੇ। ਕਈ ਵਰੇ ਲਕੀਰ ਰਸਾਲਾ ਵੀ ਪੰਜਾਬੀ ਦਾ ਕੱਢਦੇ ਰਹੇ ਆ। ਰਸਾਲਾ, ਉਹਨਾਂ ਦੀ ਇੱਕ ਕਹਾਣੀ ਸੀ ਬੱਚੇ ਦੀ ਸ਼ਰਾਰਤ। ਬੱਚੇ ਦੀ ਸ਼ਰਾਰਤ। ਘਰ ਵਾਲਾ ਜਿਹੜਾ ਨਾ, ਉਹ ਆਪਣੀ ਵਾਈਫ ਨੂੰ ਕੋਈ ਚਿੱਠੀ ਲਿਖ ਦਿੰਦਾ। ਉਹ ਕਾਲਜ ਦੇ ਵਿੱਚ ਲੈਕਚਰਾਰ ਜਾਂ ਪ੍ਰੋਫੈਸਰ ਹੁੰਦੀ ਆ, ਤੇ ਉਹਦੀ ਖੂਬਸੂਰਤੀ ਦੀ ਤਾਰੀਫ ਕਰਕੇ। ਅੱਛਾ ਜੀ। ਉਹ ਦੇਖਦਾ ਵੀ ਮੇਰੀ ਵਾਈਫ ਦੇ ਵਿੱਚ ਬੜੀ ਅਜੀਬੋ-ਗਰੀਬ ਤਬਦੀਲੀ ਆਉਂਦੀ ਆ, ਤੇ ਉਹ ਬਣ ਠਣ ਲੱਗ ਪੈਂਦੇ ਆ, ਥੋੜਾ ਆਪਣੇ ਆਪ ਨੂੰ ਜ਼ਿਆਦਾ ਸਵਾਰ ਕੇ ਜਾਣ ਲੱਗ ਪੈਂਦੇ ਆ। ਸ਼ੀਸ਼ੇ ਮੂਹਰੇ ਖਲੋ ਕੇ ਜਦੋਂ ਉਹ ਆਪਣਾ ਆਪ ਸਵਾਰਦੀ ਆ, ਤੇ ਉਹ ਬੜਾ ਜਿੱਦਾਂ ਮਨ ਹੀ ਮਨ 'ਚ ਖੁਸ਼ ਹੁੰਦੇ ਆ ਵੀ ਦੇਖੋ ਇੱਕ ਜਿਹੜੀ ਚਿੱਠੀ ਆ ਜਾਂ ਲਫ਼ਜ਼ ਨੇ ਉਹ ਕਿੱਦਾਂ ਕਿਸੇ ਤੇ ਅਸਰ ਕਰਦੇ ਆ ਹੈ ਨਾ। ਜਾਂ ਬੰਦੇ ਦੀ ਕੋਈ ਸਿਫਤ ਸਲਾਹ ਕਰ ਦੇਵੇ ਤਾਂ ਉਹ ਸਿਫਤ ਸਲਾਹ ਕਿੰਨਾ ਪੋਜ਼ਿਟਿਵ ਪ੍ਰਭਾਵ ਪਾਉਂਦੀ ਆ ਕਿਸੇ ਦੂਸਰੇ ਦੇ ਉੱਤੇ। ਬਿਲਕੁਲ ਸਹੀ ਗੱਲ ਹੈ। ਆਹ ਗੱਲ ਮੈਨੂੰ ਬੜੀ ਅੱਛੀ ਲੱਗੀ, ਜਿਹੜਾ ਆਪਾਂ ਸ਼ੀਸ਼ੇ ਦੇ ਮੂਹਰੇ ਖੜੇ ਹੋ ਕੇ ਆਪਣੇ ਆਪ ਨੂੰ ਦੇਖਦੇ ਹਾਂ। ਜੀ। ਸ਼ੀਸ਼ੇ ਦੇ ਮੂਹਰੇ ਖੜੇ ਹੋ ਕੇ ਫਿਰ ਪੋਜ਼ ਬਣਾਉਂਦੇ ਆ ਕਿ ਮੈਂ ਕਿੱਦਾਂ ਦਾ ਲੱਗਦਾ ਬਾਹਰ ਜਾਣ ਤੋਂ ਪਹਿਲਾਂ। ਜੀ। ਪਰ ਦੇਖੋ ਇੱਕ ਗੱਲ ਕਿੱਦਾਂ ਦੀ ਹੁੰਦੀ ਹੈ ਕਿ ਆਪਾਂ ਐਨ ਬਣ ਠਣ ਕੇ ਖੁਸ਼ ਆਂ ਅੰਦਰੋਂ। ਬਿਲਕੁਲ ਬਿਲਕੁਲ, ਕਿ ਮੈਂ ਬੜਾ ਸਮਾਰਟ ਲੱਗ ਰਿਹਾ। ਬਿਲਕੁਲ। ਬਾਹਰ ਜਾਂਦੇ ਸਾਰ ਕਿਸੇ ਨੇ ਕਹਿੰਦਾ ਉਹ ਯਾਰ ਆਹ ਕੀ ਪਾ ਲਿਆ, ਜੀ, ਨਾਲ ਦੀ ਨਾਲ ਮੂਡ ਆਫ। ਉਹ ਬਿਲਕੁਲ ਬਿਲਕੁਲ, ਮਤਲਬ ਤੁਸੀਂ ਦੂਜੇ ਦੇ ਹੱਥ ਆਪਣਾ ਰਿਮੋਟ ਕੰਟਰੋਲ ਕਿਉਂ ਦਿੱਤਾ ਹੋਇਆ, ਉਹਨੂੰ ਕਹਿਣ ਦਿਓ। ਹਾਂ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਹੁੰਦਾ ਕੀ ਆ ਵੀ ਜਿੱਦਾਂ ਤੁਸੀਂ ਕਹਿੰਦੇ ਨਾ ਵੀ ਪਿਆਰਾ ਸਿੰਘ ਮਾਨ ਹੁੰਦੇ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਬਹੁਤ ਚੋਟੀ ਦੇ ਫੌਜਦਾਰੀ ਦੇ ਵਕੀਲ, ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਹ ਕਹਿੰਦੇ ਸੀ ਯਾਰ ਥੋੜਾ ਜਿਹਾ ਤਾਂ ਪ੍ਰੈਜ਼ੈਂਟੇਬਲ ਜਾਂ ਬਣ ਕੇ ਬਾਹਰ ਵਿਚਰਨਾ ਚਾਹੀਦਾ ਪਈ, ਨਹੀਂ ਤਾਂ ਘਰ ਬੈਠੋ। ਪਰ ਜਿੱਦਾਂ ਤੁਸੀਂ ਕਿਹਾ ਨਾ ਭਈ ਬੰਦਾ ਬਣ ਠਣ ਕੇ ਜਾਂਦਾ, ਕੋਈ ਕਹਿੰਦਾ ਯਾਰ ਆ ਕੀ ਪਾਇਆ ਜਾਂ ਕਿੱਦਾਂ, ਤੇ ਨਾਲ ਹੀ ਬੰਦਾ ਠੁੱਸ ਜਾ ਹੋ ਜਾਂਦਾ। ਬਿਲਕੁਲ ਹੋ ਜਾਂਦਾ, ਕਿਉਂਕਿ ਲਫ਼ਜ਼ ਪ੍ਰਭਾਵ ਪਾਉਂਦੇ ਆ। ਉਹ ਕਿਸੇ ਨੇ ਕਹਿੰਦੇ ਕੋਈ ਨਾ ਬੰਦਾ ਬਿਲਕੁਲ ਮਾੜਛੂ ਜਿਹਾ ਹੋਵੇ ਨਾ, ਤੇ ਉਹ ਤੋਂ ਪੈਰ ਵੀ ਮਸੀਂ ਪੁੱਟਿਆ ਜਾਂਦਾ ਹੋਵੇ, ਤਾਂ ਤੁਸੀਂ ਉਹਨੂੰ ਕਹੋ ਭਈ ਭਾਈ ਯਾਰ ਅੱਜ ਤਾਂ ਬੜਾ ਸਿਹਤਮੰਦ ਜਿਹਾ ਲੱਗਣ ਡਿਆ। ਉਹ ਕਮਜ਼ੋਰ ਬੰਦਾ ਵੀ ਆਪਣੇ ਆਪ ਨੂੰ ਤਕੜਾ ਮਹਿਸੂਸ ਕਰਨ ਲੱਗ ਪੈਂਦਾ। ਸਹੀ ਗੱਲ। ਚੰਗੇ ਭਲੇ ਨੂੰ ਤੁਸੀਂ ਕਹਿ ਦਿਓ ਭਈ ਯਾਰ ਕੀ ਤੇਰੇ 'ਚ ਤਾਂ ਜਾਨ ਹੀ ਨਹੀਂ ਗਈ, ਉਹ ਮਤਲਬ ਅਗਲੇ ਪਲ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਨ ਲੱਗ ਪੈਂਦਾ। ਲਫ਼ਜ਼ ਜਿਹੜੇ ਆ ਨਾ, ਕਈਆਂ ਦੀ ਆਦਤ ਵੀ ਹੁੰਦੀ ਆ, ਤੂੰ ਤਾਂ ਰਹਿ ਗਿਆ ਯਾਰ, ਆਹ ਯਾਰ ਕੀ ਗੱਲਾਂ ਕਰਦੇ ਹੋ। ਪਿਛਲੇ ਗੱਲਾਂ ਕਿਤੇ ਬੈਠੇ ਸੀ ਕੋਈ ਸੀਨੀਅਰ ਅਫਸਰ ਦੇ ਕੋਲ, ਤਾਂ ਉਹ ਜਿੱਦਾਂ ਮਿਲਣ ਗਿਆ ਮੈਂ ਕਿਸੇ ਦੇ ਨਾਲ, ਕਿਸੇ ਸੀਨੀਅਰ ਨੂੰ, ਤੇ ਉਹ ਜਿਹੜਾ ਮੇਰੇ ਨਾਲ ਗਿਆ ਉਹ ਵੀ ਇੱਕ ਸੀਨੀਅਰ ਆਫਿਸਰ ਸੀ। ਤਾਂ ਸੇਵਾਦਾਰ ਜਿਹੜਾ ਚਾਹ ਲੈ ਕੇ ਆਇਆ, ਬਾਅਦ 'ਚ ਚਾਹ ਪਿਆ ਕੇ ਫਰਕ ਹੋ ਗਿਆ। ਪਰ ਉਹਨੇ ਨਾ ਜਦੋਂ ਭਾਂਡੇ ਭੁੰਡੇ ਲੈਣ ਆਇਆ ਤਾਂ ਸੇਵਾਦਾਰ ਨੂੰ ਉੱਠ ਕੇ ਥਾਪੜਾ ਦਿੱਤਾ, ਤੇ ਨਾਲ ਕਿਹਾ ਭਈ ਜਿਹੜਾ ਮੇਰੇ ਨਾਲ ਮਿੱਤਰ ਗਿਆ ਸੀ ਉਹਦੇ, ਉਹ ਅਫਸਰ ਨੂੰ ਮਿਲਣ, ਅਫਸਰ
ਤਾਂ ਨਾਲ ਉਹਨੂੰ ਕਿਹਾ ਵੀ ਯਾਰ ਚਾਹ ਬਹੁਤ ਸਵਾਦੀ ਸੀਗੀ। ਤੇ ਜਦੋਂ ਉਹ ਚਲੇ ਗਿਆ ਮੈਂ ਕਿਹਾ ਯਾਰ ਵੀ ਬੜਾ ਤੂੰ ਤਾਂ ਅੱਜ ਚੇਚ ਜਿਹਾ ਕੀਤਾ। ਕਹਿੰਦਾ ਇਦਾਂ ਆ ਭਈ ਮੈਂ ਹਰ ਰੋਜ਼ 3 ਬੰਦਿਆਂ ਦੀ ਸਿਫਤ ਕਰਦਾ, ਕਿਸੇ ਦੀ ਬੋਲਚਾਲ ਦੀ, ਕਿਸੇ ਦੇ ਤੁਰਨ ਦੀ, ਕਿਸੇ ਦੇ ਕੱਪੜੇ ਲੱਤੇ ਦੀ, ਕਿਸੇ ਦੀ ਵਿਦਵਤਾ ਦੀ। ਸੋ ਜਿਹੜੀ ਇਹ ਸਿਫਤ ਸਲਾਹ ਆ ਨਾ ਇਹ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਕਹਿੰਦਾ ਮੈਂ ਮਿੱਥਿਆ ਹੁੰਦਾ ਵੀ ਦਿਨ 'ਚ 3 ਬੰਦਿਆਂ ਦੀ ਸਿਫਤ ਸਲਾਹ ਕਰਨੀ ਆ। ਇਦਾਂ ਤੁਸੀਂ ਫਿਰ ਜਿਹਨੂੰ ਵੀ ਮਿਲਦੇ ਉਹਨਾਂ ਨੂੰ ਮਿਲ ਕੇ ਖੁਸ਼ੀ ਹੁੰਦੀ ਹੈ ਕਿ ਇਹ ਬੰਦਾ ਬੜਾ ਖਿੜੇ ਮੱਥੇ ਮਿਲਦਾ। ਬਿਲਕੁਲ ਜੀ ਚੀਜ਼ਾਂ ਨੇ। ਆਪਾਂ ਗੱਲ ਅਮਰੀਕਾ ਦੀ ਕਰ ਚਿੱਠੀਆਂ ਤੋਂ ਗੱਲ ਚੱਲੀ ਆ। ਹਾਂਜੀ, ਤੇ ਅਮਰੀਕਾ ਤੋਂ ਇੱਕ ਖਬਰ ਹੈ ਕਿ ਉੱਥੇ ਕਾਨੂੰਨ ਪਾਸ ਹੋਇਆ ਗਰਭਪਾਤ ਐਬੋਰਸ਼ਨ ਦੇ ਖਿਲਾਫ। ਹਾਲਾਂਕਿ ਆਪਣੇ ਭਾਰਤ ਵਿੱਚ ਤੇ ਸ਼ੁਰੂ ਤੋਂ ਹੀ ਆ, ਬਹੁਤ ਦੇਰ ਤੋਂ ਆ। ਬਿਲਕੁਲ ਇਹਦੀ ਮਨਾਹੀ ਆ, ਇੱਥੇ ਪਾਬੰਦੀ ਆ ਪੂਰੀ ਤਰ੍ਹਾਂ, ਐਬੋਰਸ਼ਨ ਤੇ ਮਨਾਹੀ ਆ। ਔਰ ਉੱਥੇ ਵੀ ਕਾਨੂੰਨ ਪਾਸ ਹੋਇਆ ਕਿ ਉੱਥੇ ਐਬੋਰਸ਼ਨ ਕਰਵਾਉਣਾ ਹੁਣ ਕਾਨੂੰਨੀ ਤੌਰ ਤੇ ਮਾਨਤਾ ਪ੍ਰਾਪਤ ਨਹੀਂ ਹੈ। ਜੀ ਉਹ ਇਦਾਂ ਆ ਭਈ ਇਸ ਕਾਨੂੰਨ ਮਤਲਬ ਅਬੋਰਸ਼ਨ, ਐਂਟੀ ਅਬੋਰਸ਼ਨ ਜਿਹੜਾ ਲਾਅ ਬਣਿਆ ਹੁਣ ਕੁਪਰੀਮ ਕੋਰਟ ਨੇ ਹੁਕਮ ਦਿੱਤੇ ਆ, ਇਹਦਾ ਨਾ ਬੜੇ ਚਿਰ ਤੋਂ ਵਿਰੋਧ ਤੇ ਹੱਕ ਦੇ ਵਿੱਚ। ਦੇਖੋ ਹਰ ਗੱਲ ਦੇ ਕੁਝ ਲੋਕ ਵਿਰੋਧੀ ਹੁੰਦੇ ਆ, ਕੁਝ ਹੱਕ 'ਚ ਹੁੰਦੇ ਆ। ਔਰਤਾਂ ਵੀ ਇਹਦੇ ਵਿਰੋਧ 'ਚ ਮੁਜ਼ਾਹਰਾ ਕਰਦੀਆਂ ਦੇਖੀਆਂ, ਔਰਤਾਂ ਇਹਦੇ ਹੱਕ 'ਚ ਮੁਜ਼ਾਹਰਾ ਕਰਦੀਆਂ ਦੇਖੀਆਂ ਜੀ। ਜੇ ਜਿਹੜੇ ਇਸੇ ਤਰ੍ਹਾਂ ਹੋਰ ਲੋਕ ਆ, ਕੋਈ ਹੱਕ 'ਚ ਤੇ ਕੋਈ ਵਿਰੋਧ ਵਿੱਚ। ਜਿਹੜੀ ਖਿਲਾਫਤ ਵਾਲੇ ਲੋਕ ਆ ਉਹ ਤਾਂ ਇਹ ਕਹਿੰਦੇ ਆ ਵੀ ਦੇਖੋ ਭਾਈ ਸਾਡਾ ਇਹ ਨਿੱਜੀ ਅਧਿਕਾਰ ਆ, ਹਰ ਬੰਦੇ ਦਾ ਆਪਣੇ ਸਰੀਰ ਤੇ ਆਪਣਾ ਅਧਿਕਾਰ ਹੈ ਤੇ ਅਸੀਂ ਆਪਣੇ ਸਰੀਰ ਨਾਲ ਜੋ ਮਰਜ਼ੀ ਕਰੀਏ, ਅਬੋਰਸ਼ਨ ਕਰਾਈਏ ਨਾ ਕਰਾਈਏ, ਹੈ ਨਾ। ਪਰ ਜਿਹੜਾ ਇੱਕ ਕੁਦਰਤ ਦੇ ਨਿਯਮ ਨੇ, ਹੈ ਨਾ, ਨੇਚਰ ਦੇ ਲਾਜ਼ ਨੇ, ਉਹਨਾਂ ਦੀ ਤਾਂ ਖਿਲਾਫ ਵਰਜੀ ਆ ਨਾ। ਬਿਲਕੁਲ, ਤੁਸੀਂ ਇੱਕ ਜਾਨ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਕੋਖੇ 'ਚ ਮਾਰ ਦਿੱਤਾ। ਇਟਸ ਅ ਮਰਡਰ। ਬਿਲਕੁਲ ਮਰਡਰ ਕਰ ਰਹੇ ਹੋ। ਬਿਲਕੁਲ। ਔਰ ਦੇਖੋ ਬੜੇ ਤਰੀਕੇ ਨੇ ਅੱਜ ਕੱਲ, ਸਾਇੰਸ ਬਹੁਤ ਤਰੱਕੀ ਕਰ ਚੁੱਕੀ ਹੈ ਜੀ, ਕਿ ਤੁਸੀਂ ਮਤਲਬ ਉਹ ਸਿਚੁਏਸ਼ਨ ਹੀ ਨਾ ਆਉਣ ਦਿਓ ਕਿ ਐਬੋਰਸ਼ਨ ਵਾਲੀ ਸਿਚੁਏਸ਼ਨ ਆਵੇ ਕਿ ਤੁਹਾਨੂੰ ਬੱਚਾ ਨਹੀਂ ਚਾਹੀਦਾ। ਓਕੇ, ਬਹੁਤ ਤਰੀਕੇ ਨੇ, ਤੁਸੀਂ ਅਪਣਾ ਸਕਦੇ ਹੋ ਤਰੀਕੇ। ਪਰ ਜਦੋਂ ਇੱਕ ਬੱਚਾ ਜਨਮ ਲੈਣ ਵਾਸਤੇ ਤਿਆਰ ਹੈ, ਠੀਕ ਹੈ, ਤੁਹਾਡਾ ਆਪਣਾ ਸਰੀਰ ਹੈ, ਤੁਸੀਂ ਆਪਣੇ ਸਰੀਰ ਨਾਲ ਜੋ ਮਰਜ਼ੀ ਕਰੋ, ਪਰ ਜਿਹੜਾ ਤੁਹਾਡੀ ਕੋਖੇ 'ਚ ਹੈ, ਹਾਂ, ਤੁਹਾਨੂੰ ਇੱਕ ਰੂਹ ਨੂੰ ਇਸ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਉਹ ਕੁਦਰਤ ਦਾ ਬੱਚਾ ਹੈ, ਜਹਾਨ ਨੂੰ ਤੋਰਨ ਦਾ ਤਾਂ ਕੋਈ ਅਧਿਕਾਰ ਨਹੀਂ ਨਾ। ਬਿਲਕੁਲ ਜੀ। ਉੱਥੇ ਤੁਹਾਡੀ ਬਾਡੀ ਨਹੀਂ ਰਹਿ ਜਾਂਦੀ, ਉੱਥੇ ਜਿਹੜਾ ਬੱਚਾ ਵਿਕਸਿਤ ਹੋ ਰਿਹਾ ਹੈ ਤੁਹਾਡੀ ਵੋਮ ਦੇ ਵਿੱਚ, ਉਹਦੀ ਬਾਡੀ ਵੀ ਆ ਜਾਂਦੀ ਹੈ। ਬਿਲਕੁਲ। ਔਰ ਦੇਖੋ ਮੈਨੂੰ ਜਾਤੀ ਤੌਰ ਤੇ ਮੈਂ ਮਹਿਸੂਸ ਕਰਦਾ ਵੀ ਜਿਹੜਾ ਅਬੋਰਸ਼ਨ ਆ ਉਹ ਕੁਦਰਤ ਦੇ ਖਿਲਾਫ ਆ। ਇਟਸ ਅ ਮਰਡਰ, ਕਤਲ ਕਰ ਰਹੇ ਹੋ ਤੁਸੀਂ ਕਿਸੇ ਦਾ। ਆਪਾਂ ਪੰਜਾਬ 'ਚ ਹੀ ਦੇਖ ਲਈਏ, ਗੁਆਂਢੀ ਸੂਬੇ ਹਰਿਆਣੇ 'ਚ ਦੇਖ ਲਓ ਭਈ ਜਿੱਦਾਂ ਕਿੰਨੇ ਲੋਕਾਂ ਨੂੰ, ਦਾਨਿਸ਼ਵਰਾਂ ਨੂੰ, ਵਿਦਵਾਨਾਂ ਨੂੰ, ਸਮਾਜ ਸੇਵਕਾਂ ਨੂੰ ਇਸ ਮੈਦਾਨ ਦੇ ਵਿੱਚ ਨਿਤਰਨਾ ਪਿਆ ਇਹ ਪ੍ਰਚਾਰ ਕਰਨ ਲਈ ਵੀ ਧੀਆਂ ਨੂੰ ਕੁੱਖਾਂ 'ਚ ਨਾ ਮਾਰਿਆ ਜਾਵੇ। ਬਿਲਕੁਲ ਸਹੀ ਗੱਲ ਹੈ। ਨਜ਼ਮਾਂ ਲਿਖਣੀਆਂ ਪਈਆਂ। ਸਾਡੇ ਗੁਰਮਿੰਦਰ ਕੌਰ ਇੱਕ ਡਾਕਟਰ ਆ ਬਜ਼ਾਤੇ ਖੁਦ, ਉਹਦੀ ਇੱਕ ਨਜ਼ਮ ਬੜੀ ਮਸ਼ਹੂਰ ਹੋਈ ਸੀ। ਔਰ ਮਤਲਬ ਕਿੰਨੇ ਲੋਕ ਜਿਹੜੇ ਆ ਉਹ ਇਸ ਪਾਸੇ ਨੂੰ ਤੁਰੇ ਪਏ, ਭਾਈ ਧੀਆਂ ਨੂੰ ਨਾ ਮਾਰੋ। ਕਿੱਦਾਂ ਅਨੁਪਾਤ ਜਿਹੜਾ ਆ, ਮਤਲਬ 1000 ਮਗਰ ਜਿਹੜਾ 500-700 ਮੁੰਡਾ ਰਹਿ ਗਿਆ ਸੀਗਾ, ਹੈ ਨਾ, ਵੀ ਗਾਂ ਵਿਆਹ ਕਿੱਦਾਂ ਹੋਣੇ ਆ, ਗਾਂ ਕੁੱਲ ਕਿੱਦਾਂ ਤੁਰਨੀ ਆ, ਗਾਂ ਜਿਹੜਾ ਕੁਦਰਤ ਦਾ ਵਿਧਾਨ ਆ ਉਹਨੂੰ ਕਿੱਦਾਂ ਅੱਗੇ ਤੋਰਨਾ। ਔਰ ਰੌਲਾ ਪਾ ਕੇ ਪ੍ਰਚਾਰ ਕਰਕੇ ਆਹ ਤੁਸੀਂ ਦੇਖੋ ਵੀ 1000 ਦੇ ਮਗਰ ਹੁਣ 800-900 ਜਾਂ 950 ਤੇ ਗੱਲ ਇਹ ਹੈ ਕਿ ਸਾਡੀਆਂ ਸਮਾਜਿਕ ਪਰਿਸਥਿਤੀਆਂ ਜੀ, ਗਰੀਬੀ, ਗੁਰਬਤ, ਬਿਲਕੁਲ ਦਹੇਜ ਕਰਕੇ ਕੁੜੀਆਂ ਦੇ ਨਾਲ ਬਦਸਲੂਕੀ ਸਹੁਰੇ ਘਰਾਂ ਦੇ ਵਿੱਚ ਬਿਲਕੁਲ ਜਾਨੋਂ ਤੱਕ ਮਾਰ ਦਿੰਦੇ ਨੇ। ਬਿਲਕੁਲ ਕਈ ਵਾਰ ਅਸੀਂ ਵੇਖਦੇ ਹਾਂ, ਸਾੜ ਦਿੱਤੀ ਹੈ, ਜ਼ਹਿਰ ਦੇ ਦਿੱਤਾ, ਕੁੱਟ ਕੇ ਮਾਰ ਦਿੱਤੀ, ਘਰੋਂ ਕੱਢ ਦਿੱਤਾ। ਬਿਲਕੁਲ ਬੱਚਾ ਇਹਦਾ ਬੱਚਾ ਖੋਹ ਲਿਆ, ਜਾਇਦਾਦ ਤੋਂ ਬੇਦਖਲ ਕਰ ਦਿੱਤਾ, ਉਹ ਕੋਰਟਾਂ ਦੇ ਧੱਕੇ ਖਾਓ। ਬਿਲਕੁਲ ਠੀਕ ਹੈ। ਉੱਥੇ ਜਾ ਕੇ ਵਕੀਲਾਂ ਦੀਆਂ ਫੀਸਾਂ, ਔਰ ਹਰ ਬੰਦਾ ਗਲਤ ਨਜ਼ਰ ਨਾਲ ਖੱਜਲ ਖੁਆਰੀ, ਹਰ ਬੰਦਾ ਜਿਹੜੀ ਔਰਤ ਕਚਹਿਰੀ ਜਾਂਦੀ ਆ ਨਾ, ਔਰ ਗਲਤ ਨਜ਼ਰਾਂ ਨਾਲ, ਭਲੀ ਔਰਤ ਹੋਵੇ ਉਹਨੂੰ ਗਲਤ ਨਿਗਾਹ ਨਾਲ ਦੇਖਦਾ, ਗਲਤ ਨਜ਼ਰਾਂ ਨਾਲ ਦੇਖਦੇ ਨੇ ਮੈਜੋਰਟੀ ਕਹਿ ਸਕਦੇ, ਪਤਾ ਨਹੀਂ ਕੀ ਗੱਲ ਹੈ। ਹਾਂਜੀ, ਪਤਾ ਨਹੀਂ ਕਿਉਂ ਬਿਲਕੁਲ ਛੱਡ ਕੇ ਆ ਗਈ। ਔਰ ਦੂਜੇ ਜਦੋਂ ਕਾਨੂੰਨ ਦੀ ਕਿਰਿਆ ਸ਼ੁਰੂ ਹੁੰਦੀ ਹੈ, ਪ੍ਰਕਿਰਿਆ ਸ਼ੁਰੂ ਹੁੰਦੀ, ਉਦੋਂ ਜਿਹੜੇ ਵਕੀਲ ਨੇ ਦੋਵੇਂ ਤਰ੍ਹਾਂ ਦੇ, ਕੁੜੀ ਦੇ ਉੱਤੇ ਇਲਜ਼ਾਮ ਇੱਕ ਕਰੈਕਟਰਲੈਸ, ਬਿਲਕੁਲ ਸਿੱਧਾ ਇਲਜ਼ਾਮ ਲਾਉਂਦੇ ਆ। ਠੀਕ ਹੈ ਨਾ। ਇਹਨੂੰ ਵੀ ਆਪਾਂ ਜਿਹੜਾ ਕਰੈਕਟਰ ਅਸੈਸੀਨੇਸ਼ਨ ਕਹਿੰਦੇ, ਔਰ ਮੁੰਡਿਆਂ ਉੱਤੇ ਇਲਜ਼ਾਮ ਇਹ ਦਹੇਜ, ਕਰਤਾਰ ਕੁਸ਼ੀ ਜਿਹਨੂੰ ਆਪਾਂ ਕਹਿੰਦੇ ਆ, ਕਿਸੇ ਦੇ ਕਰਤਾਰ ਤੇ ਲਾਂਛਣ ਲਾਉਣੇ ਇਲਜ਼ਾਮ। ਮੁੰਡੇ ਦਾ ਵਕੀਲ ਆ ਲਾਏਗਾ ਕਿ ਕੁੜੀ ਕਰੈਕਟਰਲੈਸ ਹੈ, ਔਰ ਕੁੜੀ ਦਾ ਵਕੀਲ ਇਹ ਲਾਏਗਾ ਕਿ ਸਹੁਰੇ ਲਾਲਚੀ ਨੇ, ਪੈਸੇ ਮੰਗਦੇ ਨੇ। ਇੱਕ ਬੇਸਿਕ
ਦੋਨਾਂ ਦੇ ਉੱਤੇ ਇਲਜ਼ਾਮ ਲੱਗਦੇ ਔਰ ਕਿਤੇ ਆਪਾਂ ਦੇਖਦੇ ਆ ਵਕੀਲ ਰਲ ਵੀ ਜਾਂਦੇ ਆ ਹਨਾ, ਰਲ ਵੀ ਜਾਂਦੇ ਕਈ ਵਾਰੀ ਇਹ ਆਮ ਮੰਨਿਆ ਜਾਂਦਾ ਔਰ ਕਈ ਵਾਰੀ ਹੁੰਦਾ ਵੀ ਆ ਹਨਾ, ਕਿਉਂਕਿ ਜਦੋਂ ਦੇਖਦੇ ਨੇ ਨਾ ਕਿ ਦੋਵੇਂ ਪਾਰਟੀਆਂ ਦੀਆਂ ਡੀਪ ਪਾਕਟਸ ਨੇ, ਜੀ ਦੋਨਾਂ ਕੋਲ ਬਹੁਤ ਪੈਸਾ, ਤੇ ਜਿੰਨੀ ਦੇਰ ਹੋ ਸਕੇ ਆਪਾਂ ਖਿੱਚੀਏ ਜੀ। ਫਿਰ ਉਸ ਤੋਂ ਬਾਅਦ ਜਦੋਂ ਦੇਖਾਂਗੇ ਕਿ ਜ਼ੋਰ ਪੈ ਗਿਆ, ਬਿਲਕੁਲ ਪ੍ਰੈਸ਼ਰ ਹੋ ਗਿਆ, ਤੇ ਇਹਨਾਂ ਤੋਂ ਡਾਕਟਰ ਗੁਰਮਿੰਦਰ ਸਿੱਧੂ ਹੋਰਾਂ ਦੀ ਮੈਂ ਗੱਲ ਕਰਦਾ, ਜਿਹੜੇ ਲੇਡੀ ਡਾਕਟਰ ਨੇ, ਉਹਨਾਂ ਦੀ ਉਹ ਨਜ਼ਮ ਕਿਤੇ ਸੁਲਤਾਨਪੁਰ ਲੋਧੀਵਾਲ ਦਾ ਵਾਕਿਆ ਜੀ, ਮੈਨੂੰ ਉਹ ਤੋਂ ਯਾਦ ਆ ਗਿਆ ਭਈ ਉਹ ਸੰਜੀਵ ਜੀ ਕੋਈ ਬੰਦਾ ਉਹ ਮਜਬੂਰੀ ਵਸ ਜਾਂ ਜਿਵੇਂ ਕਿਵੇਂ ਲੈ ਲਓ ਭਈ, ਜਾਂ ਉਹਨਾਂ ਦੇ ਪਹਿਲਾਂ ਜ਼ਿਆਦਾ ਧੀਆਂ ਸੀਗੀਆਂ ਜਾਂ ਕੁਛ ਕਿਹੋ ਜਿਹੀ ਮਜਬੂਰੀ ਸੀ ਉਹਨਾਂ ਦੀ, ਤਾਂ ਉਹ ਪਰ ਪੜ੍ਹਿਆ ਲਿਖਿਆ ਜੋੜਾ ਸੀਗਾ ਜੀ, ਤੇ ਔਰਤ ਨੂੰ ਉਹਦੇ ਲਈ ਡੀਐਨਸੀ ਵੀ ਕਹਿੰਦੇ ਆ ਉਹਨੂੰ, ਅਬੋਰਸ਼ਨ ਨੂੰ, ਉਹਦੇ ਲਈ ਅੰਦਰ ਲੈ ਜਾਂਦੇ ਆ ਡਾਕਟਰ ਜੀ। ਉਹ ਬੰਦਾ ਬਾਹਰ ਬੈਠਾ ਬੈਂਚ ਤੇ, ਮਤਲਬ ਅਡੀਕਣ ਲਈ ਬਾਹਰ ਬੈਠਣਾ ਪੈਂਦਾ ਉਹਨੂੰ ਹਨਾ, ਤੇ ਹਾਲੇ ਲਿਜਾਂਦੇ ਆ ਤੇ ਕਿਤੇ ਉਹ ਅਖਬਾਰ ਪਈ ਹੁੰਦੀ ਆ ਜਿਹਦੇ 'ਚ ਉਹ ਡਾਕਟਰ ਗੁਰਮਿੰਦਰ ਸਿੱਧੂ ਦੀ ਨਜ਼ਮ ਛਪੀ ਹੋਈ ਸੀ। ਅੱਛਾ ਜੀ। ਉਹ ਕਿਤੇ ਉਹਦੀ ਨਿਗਾਹ ਪੈਂਦੀ ਆ। ਤੁਸੀਂ ਦੇਖੋ ਕੁਦਰਤ ਦਾ ਕੀ ਵਿਧਾਨ ਆ। ਆਪਾਂ ਕਹਿੰਦੇ ਆ ਨਾ ਵੀ ਪਾਲੋ ਕੋਹਲੋ ਕਹਿੰਦਾ ਵੀ ਜਦੋਂ ਚੰਗਾ ਕੰਮ ਹੋਣਾ ਹੁੰਦਾ ਜਾਂ ਜੋ ਤੁਸੀਂ ਧਾਰ ਲੈਂਦੇ ਆ ਤੇ ਕੁਦਰਤ ਸਾਰੀਆਂ ਸ਼ਕਤੀਆਂ ਜਟਾਉਂਦੀ ਆ ਉਸ ਕੰਮ ਨੂੰ ਨੇਪਰੇ ਚੜਾਉਣ ਲਈ, ਹਨਾ। ਇੱਕ ਬਿਲਕੁਲ ਹਾਂ, ਤੇ ਉਹਦੀ ਜਾਨ ਬਚਣੀ ਸੀ ਉਸ ਬੱਚੇ ਦੀ, ਤਾਂ ਉਹ ਕਹਿੰਦੇ ਪਈ ਉਹ ਬੰਦੇ ਦੀ ਨਿਗਾਹ ਪਈ, ਉਹ ਨਜ਼ਮ ਪੜ੍ਹਦਾ ਦੌੜਿਆ ਅੰਦਰ ਨੂੰ। ਉਹ ਕਹਿੰਦਾ ਨਹੀਂ ਬਈ, ਡਾਕਟਰਾਂ ਨੂੰ ਕਹਿੰਦਾ ਅਸੀਂ ਨਹੀਂ ਕਰਾਉਣਾ ਅਬੋਰਸ਼ਨ, ਆਪਣੀ ਵਾਈਫ ਨੂੰ ਕਹਿੰਦਾ ਚੱਲ ਭੈਣ ਭਾਈ ਉੱਠ ਕੇ ਤੁਰੀਏ, ਆਪਾਂ ਅਬੋਰਸ਼ਨ ਨਹੀਂ ਕਰਾਉਣਾ। ਉਹ ਸਾਰੇ ਹੈਰਾਨ ਰਹਿ ਜਾਂਦੇ ਆ ਵੀ ਗੱਲ ਕੀ ਹੋਈ, ਹੈ ਨਾ। ਬਿਲਕੁਲ। ਉਹ ਕਹਿੰਦਾ ਦੇਖ ਗੁਰਮਿੰਦਰ ਸਿੱਧੂ ਕੀ ਲਿਖਦੀ ਆ, ਕਹਿੰਦਾ ਮੈਨੂੰ ਤਾਂ ਮਤਲਬ ਬਾਹਰ ਬੈਠਣ ਨੂੰ ਐਂ ਲੱਗਾ ਵੀ ਮੇਰੇ ਤੇ ਪਹਾੜ ਡਿੱਗ ਪਿਆ, ਤੇਰਾ ਅਬੋਰਸ਼ਨ ਹੋਣਾ। ਤੇ ਉੱਥੇ ਉਹਨਾਂ ਦੇ ਘਰ ਇੱਕ ਬੱਚੀ ਜਨਮ ਲੈਂਦੀ ਆ। ਮੈਂ ਉਸ ਬੱਚੀ ਨੂੰ ਮਿਲਿਆ ਵੀ ਆ ਡਾਕਟਰ ਗੁਰਮਿੰਦਰ ਸਿੱਧੂ ਹੋਰਾਂ ਨਾਲ, ਹੁਣ ਉਹ ਵੱਡੀ ਹੋ ਗਈ ਆ। ਇਸ ਤਰ੍ਹਾਂ ਇੱਕ ਨਜ਼ਮ ਨੇ ਜਾਨ ਬਚਾਈ, ਹੈ ਨਾ। ਇੱਕ ਘਟਨਾ ਹੁੰਦੀ ਹੈ ਨਾ, ਇੱਕ ਕੋਈ ਟਰਨਿੰਗ ਪੁਆਇੰਟ ਹੁੰਦਾ ਜਿੱਥੇ ਜਾ ਕੇ ਤੁਸੀਂ ਦੇਖਦੇ ਹੋ ਤੁਹਾਡੀ ਲਾਈਫ ਬਿਲਕੁਲ ਬਦਲ ਗਈ। ਬਿਲਕੁਲ। ਔਰ ਕੁੜੀਆਂ ਨਾਲ ਜੁੜੀ ਹੋਈ ਇੱਕ ਛੋਟੀ ਜਿਹੀ ਕਹਾਣੀ ਹੈ, ਬਿਲਕੁਲ ਸੱਚੀ ਕਹਾਣੀ ਹੈ। ਇੱਕ ਪੁਲਿਸ ਆਫੀਸਰ ਦੀ ਕਿਤਾਬ ਹੈ, ਉਹਨਾਂ ਨੇ ਉਹ ਰਿਪੋਰਟਿੰਗ ਕੀਤੀ ਸੀ, ਉਹਦੇ ਵਿੱਚ ਨਸ਼ਿਆਂ ਦੀ ਰਿਪੋਰਟਿੰਗ ਸੀ ਉਹਦੇ ਵਿੱਚ ਸਾਰੀ, ਕਿ ਕਿੱਦਾਂ ਨਸ਼ਿਆਂ ਦਾ ਸਾਰਾ ਕਾਰੋਬਾਰ ਪੰਜਾਬ ਦੇ ਵਿੱਚ ਨੈਟਵਰਕ ਹੈ। ਇੱਕ ਪਰਿਵਾਰ ਦਾ ਉਹਨਾਂ ਨੇ ਜ਼ਿਕਰ ਕੀਤਾ ਉਹਦੇ ਵਿੱਚ, ਜੋ ਸੱਚੀ ਕਹਾਣੀ ਦੇ ਉੱਤੇ ਆਧਾਰਿਤ ਹੈ। ਕੀ ਸੀਗਾ ਕਿ ਪਿਓ ਨਸ਼ਾ ਕਰਦਾ ਜੀ, ਤੇ ਜਿਹੜੀ ਮਾਂ ਹੈ ਉਹ ਘਰਾਂ 'ਚ ਕੰਮ ਕਰਦੀ ਆ, ਕੰਮਕਾਰ ਲੋਕਾਂ ਦੇ, ਹਾਂ, ਔਰ ਉਹਦਾ ਘਰ ਚੱਲਦਾ, ਤੇ ਪਿਓ ਨਸ਼ਾ ਕਰਦਾ ਜੀ। ਇੱਕ ਦਿਨ ਕਿਤੋਂ ਨਸ਼ਾ ਕਰਕੇ ਆਇਆ ਤੇ ਸਿਰ ਪਿਆ ਫਟੇ, ਤੇ ਹੁਣ ਕੀ ਕਰੇ, ਤੇ ਲੇਟ ਗਿਆ ਤੇ ਹੋਰ ਕੁਝ ਲੱਭਾ ਨਾ, ਆਪਣੀ ਬਿਟੀਆ ਦੀ ਨਾ ਉਹ ਸਕੂਲ ਦੀ ਡਰੈਸ ਪਈ ਸੀ, ਉਹਦੀ ਕਮੀਜ਼ ਲੈ ਕੇ ਉਹਨੇ ਸਿਰ ਬੰਨ੍ਹ ਲਿਆ ਆਪਣਾ, ਤੇ ਥੋੜੀ ਦੇਰ ਸੌਂ ਗਿਆ ਹੋਏਗਾ। ਉਸ ਤੋਂ ਬਾਅਦ ਉਹ ਠੀਕ ਹੋ ਗਿਆ। ਉਹ ਕਹਿੰਦਾ ਮੇਰੇ ਉੱਤੇ ਉਹ ਲੜਕੀ, ਮੇਰੀ ਬੇਟੀ ਦੀ ਕਮੀਜ਼ ਦਾ ਜਿਹੜੀ ਮੈਂ ਸਿਰ ਤੇ ਬੰਨੀ, ਐਸਾ ਅਸਰ ਹੋਇਆ ਕਿ ਮੈਂ ਉਹ ਕਮੀਜ਼ ਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦਾ ਹਮੇਸ਼ਾ, ਤੇ ਮੈਂ ਵਾਅਦਾ ਕੀਤਾ ਕਿ ਕਦੀ ਮੈਂ ਹੁਣ ਨਸ਼ਾ ਨਹੀਂ ਮੈਂ ਕਰਾਂਗਾ, ਤੇ ਆਪਣੀ ਬੇਟੀ ਨੂੰ ਬੁਲਾਇਆ ਤੇ ਉਹਦੇ ਸਿਰ ਤੇ ਹੱਥ ਰੱਖ ਕੇ ਮੈਂ ਸਹੁੰ ਖਾਧੀ ਜੀ। ਤੇ ਕਹਿੰਦਾ ਹੁਣ ਮੈਂ ਉਹ ਬੇਟੀ ਨੂੰ ਆਪਣੇ ਨਾਲ ਲੈ ਕੇ ਜਾਣਾ, ਸਕੂਲ ਛੱਡ ਕੇ ਜਾਣਾ। ਤੇ ਉਹਦੇ ਪਿੱਛੇ ਘਟਨਾ ਕੀ ਹੋਈ ਸੀ, ਮੇਰੀ ਬੇਟੀ ਨੂੰ ਸਕੂਲੋਂ ਭੇਜ ਦਿੱਤਾ ਗਿਆ ਸੀ, ਘਰ ਆ ਗਈ ਸੀ, ਕਿਉਂਕਿ ਉਹਦੀ ਫੀਸ ਮੈਂ ਜਮ੍ਹਾਂ ਨਹੀਂ ਕਰਾ ਸਕਿਆ, ਤੇ ਟੀਚਰ ਨੇ ਕਿਹਾ ਤੂੰ ਕਲਾਸ 'ਚ ਨਹੀਂ ਬਹਿ ਸਕਦੀ ਜਦੋਂ ਤੱਕ ਤੂੰ ਫੀਸ ਜਮ੍ਹਾਂ ਨਹੀਂ ਕਰਾਏਂਗੀ। ਦੁਨੀਆ ਬਦਲ ਗਈ ਬਿਲਕੁਲ। ਕਹਿੰਦਾ ਉਹ ਰੋਂਦੀ ਆਈ, ਉਹਦਾ ਸਾਰਾ ਕਮੀਜ਼ ਉਹ ਭਰਿਆ ਹੋਇਆ ਹੰਝੂਆਂ ਨਾਲ, ਤੇ ਮੈਂ ਦੇਖਿਆ ਉਹੀਓ ਕਮੀਜ਼ ਮੈਂ ਸਿਰ ਤੇ ਬੰਨਿਆ ਹੋਇਆ ਸੀਗਾ। ਮਤਲਬ ਇਹ ਘਟਨਾ ਉਹਦੀ ਹੋਈ ਕਿ ਜਦੋਂ ਮੈਂ ਸਿਰ ਤੇ ਬੰਨਿਆ ਮੈਨੂੰ ਗਿੱਲਾ ਲੱਗੇ, ਪਰ ਮੇਰਾ ਸਿਰ ਦੁਖਦਾ ਸੀ, ਮੈਂ ਬੰਨ੍ਹ ਲਿਆ। ਬਾਅਦ 'ਚ ਪਤਾ ਲੱਗਾ ਗੱਲ ਇਹ ਸੀ। ਕਹਿੰਦੇ ਫਿਰ ਮੈਂ ਸਹੁੰ ਖਾਧੀ, ਤੇ ਅੱਜ ਦਾ ਦਿਨ ਤੇ ਉਹਦਾ ਦਿਨ ਕਦੀ ਨਸ਼ਾ ਨਹੀਂ ਕੀਤਾ ਆਪਣੀ ਬਸ਼ੀ। ਸੰਜੀਵ, ਤੁਸੀਂ ਦੇਖੋ ਭਈ ਉਹਦਾ ਵੀ ਆਪਾਂ ਧੀਆਂ ਬਾਰੇ ਆਮ ਕਹਿੰਦੇ ਆ ਨਾ ਭਈ ਪੁੱਤ ਕਪੁੱਤ ਹੋ ਜਾਂਦੇ ਆ। ਹਾਂਜੀ। ਧੀਆਂ ਜਿਹੜੀਆਂ ਆ ਧੀਆਂ ਧਿਰਾਂ ਬਣਦੀਆਂ ਸਦਾ ਹੀ ਮਾਪਿਆਂ ਦੀ, ਹੈ ਨਾ। ਤੇ ਧੀਆਂ ਸਦਾ ਆਪਣੇ ਮਾਪਿਆਂ ਦੀ ਦੁੱਖ ਸੁੱਖ 'ਚ ਸਹਾਈ ਹੁੰਦੀਆਂ ਨੇ। ਪੁੱਤ ਵੀ ਹੁੰਦੇ ਆ, ਪਰ ਧੀਆਂ ਜ਼ਿਆਦਾ ਸੋਚਦੀਆਂ ਮਾਪਿਆਂ ਬਾਰੇ। ਮੈਂ ਸੋਚਦਾ ਕੁਦਰਤੀ ਹੈ ਨਾ, ਕੁਦਰਤੀ ਆ, ਕਿਉਂਕਿ ਇਸਤਰੀ ਹੈ, ਨਾਰੀ ਹੈ, ਕੋਮਲ ਮਨ ਹੈ, ਬਿਲਕੁਲ ਪਿਆਰ ਨਾਲ ਭਰਿਆ ਹੋਇਆ ਜੀ। ਤਾਂ ਇਸਤਰੀ ਕਿਸੇ ਵੀ ਰੂਪ 'ਚ ਹੋਵੇ, ਮਾਂ ਦੇ ਰੂਪ 'ਚ ਹੋਵੇ, ਪਤਨੀ ਦੇ ਰੂਪ 'ਚ ਹੋਵੇ, ਭੈਣ ਦੇ ਰੂਪ 'ਚ ਹੋਵੇ, ਧੀ ਦੇ ਰੂਪ 'ਚ ਹੋਵੇ, ਉਹਦਾ ਦੇਣਾ ਨਹੀਂ ਦੇ ਸਕਦੇ। ਆਪਾਂ ਕਿਸੇ ਵੀ ਸੂਰਤ ਵਿੱਚ ਔਰਤ ਦਾ ਦੇਣ ਨਹੀਂ ਦੇ ਸਕਦੇ, ਚਾਹੇ ਸਾਡੀ ਮਾਂ ਆ, ਚਾਹੇ ਭੈਣ ਆ, ਚਾਹੇ ਧੀ ਆ, ਤੇ ਚਾਹੇ ਪਤਨੀ ਆ, ਹੈ ਨਾ। ਬਿਲਕੁਲ ਜੀ। ਦੂਸਰਾ ਆਪਣੇ ਤਾਂ ਗੁਰੂ ਸਾਹਿਬਾਨ ਹੀ ਕਹਿ ਗਏ ਪਈ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ, ਹੈ ਨਾ। ਵੱਡੇ ਮਹਾਂਪੁਰਖਾਂ ਨੂੰ, ਗੁਰੂ ਸਾਹਿਬਾਨ ਨੂੰ ਵੀ ਤਾਂ ਮਾਤਾਵਾਂ ਨੇ ਜਨਮ ਦਿੱਤਾ ਹੈ। ਤੇ ਗੱਲ ਆਪਾਂ ਕਰਦੇ ਸੀਗੇ ਵੀ ਅਬੋਰਸ਼ਨ ਦੇ ਖਿਲਾਫ ਲਾ ਉੱਥੇ ਬਣ ਗਿਆ ਹੈਗਾ, ਬਹੁਤ ਵਧੀਆ। ਦੇਖੋ ਇੱਕ ਤਰ੍ਹਾਂ ਨਾਲ ਤਾਂ ਇਹ ਚੰਗਾ ਲਾ ਆ। ਦੇਖੋ ਆਪਾਂ ਕਈ ਵਾਰੀ ਦੇਖਦੇ ਹਾਂ ਵੀ ਅਬੋਰਸ਼ਨ ਵੇਲੇ ਔਰਤਾਂ ਦੀ ਜਾਨ ਚਲੀ ਜਾਂਦੀ ਆ,
ਕਿੰਨੇ ਤਰ੍ਹਾਂ ਦੇ ਸਰੀਰਕ ਵਿਕਾਰ ਪੈਦਾ ਹੋ ਜਾਂਦੇ ਆ। ਗਾਇਨੀ ਦੇ ਜਿਹੜੇ ਆ ਇਸਤਰੀ ਰੋਗਾਂ ਦੇ ਮਾਹਰ ਡਾਕਟਰ ਦੱਸਦੇ ਆ ਵੀ ਕਈ ਵਾਰੀ ਅਬੋਰਸ਼ਨ ਦੇ ਨਾਲ ਫੈਲੋਪੀਅਨ ਟਿਊਬਸ ਨੇ ਜਿਹੜੀਆਂ ਉਹ ਡੈਮੇਜ ਹੋ ਜਾਂਦੀਆਂ ਤੇ ਸਦਾ ਲਈ ਜਿਹੜਾ ਔਰਤ ਬੱਚਾ ਜੰਮਣ ਤੋਂ ਅਸਮਰੱਥ ਹੋ ਜਾਂਦੀ ਆ। ਬਿਲਕੁਲ, ਕਿਉਂਕਿ ਤੁਸੀਂ ਕੁਦਰਤ ਦੇ ਖਿਲਾਫ ਕੰਮ ਕਰ ਰਹੇ ਹੋ ਜੀ, ਤੁਸੀਂ ਇੱਕ ਤਰ੍ਹਾਂ ਨਾਲ ਜ਼ਬਰਦਸਤੀ ਕਰਕੇ ਉਸ ਬੱਚੇ ਨੂੰ ਮਾਰ ਰਹੇ ਹੋ ਜੀ, ਤਾਂ ਫਿਰ ਕੋਈ ਨਾ ਕੋਈ ਸਾਈਡ ਇਫੈਕਟਸ ਤੇ ਹੋਣਗੇ ਹੀ ਉਹਦੇ। ਜੀ ਪਰ ਇਹ ਚੰਗਾ ਹੋਇਆ ਜੋ ਭਾਰਤ ਦੀ ਪਰੰਪਰਾ ਹੈ, ਭਾਰਤ ਦੀ ਸੋਚ ਦਾ ਇੱਕ ਪੁਆਇੰਟ ਆ, ਭਾਰਤ ਦਾ ਪੁਆਇੰਟ ਆਫ ਵਿਊ, ਭਾਰਤ ਸਦੀਆਂ ਤੋਂ ਉਸ ਦੇ ਮੁਤਾਬਿਕ ਅਗਰ ਇਹ ਦੇਖਿਆ ਜਾਵੇ ਕਿ ਅਮਰੀਕਾ ਦੇ ਵਿੱਚ ਜੋ ਇਹ ਲਾਅ ਪਾਸ ਹੋਇਆ ਜੀ ਤਾਂ 100% ਸਹੀ ਵਧੀਆ ਹੋਇਆ ਔਰ ਜਿਹੜੇ ਭਾਰਤ ਵਿੱਚ ਵੀ ਰਹਿੰਦੇ ਨੇ ਉਹਨਾਂ ਦੀ ਵੀ ਸੋਚ ਸਹੀ ਹੋਵੇ, ਕਿਉਂਕਿ ਲੁਕ ਛਿਪ ਕੇ ਇੱਥੇ ਵੀ ਅਬੋਰਸ਼ਨ ਚੱਲਦੇ ਨੇ। ਹਾਂਜੀ, ਇੱਥੇ ਤਾਂ ਚਲੋ ਕੱਲਾ ਧੀਆਂ ਦਾ ਮਸਲਾ ਆ, ਉੱਥੇ ਤਾਂ ਧੀ ਪੁੱਤ ਕੋਈ ਵੀ ਹੋ ਸਕਦਾ, ਅਬੋਰਸ਼ਨ ਤਾਂ ਕੀ ਪਤਾ ਇੱਥੇ ਤੇ ਗੱਲ, ਕਿਉਂਕਿ ਸਮਾਜ ਦਾ ਸਟਰਕਚਰ ਡਿਫਰੈਂਟ ਆ। ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਲੜਕੀਆਂ ਦੀ ਸੁਰੱਖਿਆ ਦੀ ਗੱਲ ਸਭ ਤੋਂ ਜ਼ਿਆਦਾ ਹੁੰਦੀ ਹੈ, ਉੱਥੇ ਸਮਾਜ ਦਾ ਸਟਰਕਚਰ ਡਿਫਰੈਂਟ ਹੈ। ਬਿਲਕੁਲ, ਉੱਥੇ ਢਾਂਚਾ ਹੀ ਵੱਖਰਾ ਹੈਗਾ, ਕਿਉਂਕਿ ਉੱਥੇ ਕੁੜੀ ਤੇ ਮੁੰਡੇ 'ਚ ਕੋਈ ਫਰਕ ਨਹੀਂ ਸਮਝਿਆ ਜਾਂਦਾ। ਬਿਲਕੁਲ ਇੱਥੇ ਥੋੜਾ ਗੜਬੜ ਹੈ। ਪਰ ਪਿੱਛੇ ਤੁਸੀਂ ਦੇਖੋ ਏਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਦਿੱਲੀ ਡਾਇਰੈਕਟ ਫਲਾਈਟ ਜਿਹੜੀ 14-15 ਘੰਟੇ ਦੀ, ਕੁੜੀਆਂ ਹੀ 4 ਲੈ ਕੇ ਆਈਆਂ ਸੀ, ਉਹਨਾਂ 'ਚ ਇੱਕ ਮਨਹਾਸ ਸੀ, ਪਾਇਲਟ 3 ਹੋਰ ਸੀਗੀਆਂ ਨਾ। ਬਿਲਕੁਲ ਸਹੀ ਗੱਲ ਹੈ। ਸੋ ਸਾਰਾ ਕਰੂ ਕੁੜੀਆਂ ਦਾ, ਤੇ ਧੀਆਂ ਹੁਣ ਕਮਾਲ ਕਰ ਰਹੀਆਂ, ਪਿੱਛੇ ਨਹੀਂ ਰਹਿ ਗਈਆਂ, ਕਮਾਲ ਕਰ ਰਹੀਆਂ ਹਨ। ਫਾਈਟਰ ਪਾਇਲਟਸ ਨੇ ਅੱਜ ਕੱਲ੍ਹ ਤਾਂ ਆਪਣੇ, ਦੇਖੋ ਸਭ ਕੁਝ ਹੈ। ਔਰ ਫਾਈਟਰ ਪਾਇਲਟਸ ਤੋਂ ਮੈਨੂੰ ਯਾਦ ਆ ਗਿਆ ਅਗਨੀਪਥ ਜੀ, ਹੁਣ ਫਾਈਟਰ ਪਾਇਲਟਸ ਦੀ ਭਰਤੀ ਸ਼ੁਰੂ ਹੋ ਗਈ ਜੀ, ਕਿਉਂਕਿ 에ਅਰ ਫੋਰਸ ਨੇ ਅਗਨੀਪਥ ਦੇ ਤਹਿਤ ਜਿਹੜੇ ਹਵਾਈ ਸੈਨਾ ਜਿਹੜੀ ਉਹਨਾਂ ਨੇ ਭਰਤੀ ਸ਼ੁਰੂ ਕਰ ਦਿੱਤੀ ਹੈ, ਪਰ ਵਿਰੋਧ ਜਾਰੀ ਹੈ ਕਿ ਜਿਹੜੀ 4 ਸਾਲ ਦੀ ਸਰਵਿਸ ਹੈ ਇਹਦਾ ਕੋਈ ਹੋਰ ਇਹਦਾ ਕੋਈ ਭਵਿੱਖ ਹੈ ਨਹੀਂ, ਕੋਈ ਇਹਦਾ ਤੋੜ ਕੱਢੋ, ਇਹਦਾ ਕੱਢੋ ਕੋਈ ਜੀ। ਸੋ ਹਜੇ ਉਹ ਕਿਸਾਨ ਆਗੂ ਵੀ ਉਤਰੇ ਨੇ, ਬਿਲਕੁਲ ਉਹ ਵੀ ਸੜਕਾਂ ਤੇ ਨੇ, ਹਾਂਜੀ, ਤੇ ਵੱਖ-ਵੱਖ ਥਾਂ ਤੇ ਪ੍ਰਦਰਸ਼ਨ ਵੀ ਨੇ, ਮਤਲਬ ਮਾਮਲਾ ਪੂਰੀ ਤਰ੍ਹਾਂ ਭਖਿਆ ਹੋਇਆ। ਬਿਲਕੁਲ ਤੋ ਪ੍ਰੈਸ਼ਰ ਵੀ ਹੈ ਸਰਕਾਰ ਦੇ, ਪਰ ਸਰਕਾਰ ਆਪਣੀ ਥਾਂ ਦੇ ਉੱਤੇ ਅੜੀ ਹੋਈ ਹੈ, ਕਿਉਂਕਿ ਹੁਣ ਤਾਂ ਨੋਟੀਫਿਕੇਸ਼ਨ ਹੋ ਚੁੱਕਿਆ, ਹੁਣ ਤੇ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਸੋ ਹੁਣ ਇਹਦਾ ਪਤਾ ਨਹੀਂ ਕੀ ਨਤੀਜਾ ਨਿਕਲਣਾ। ਇੱਕ ਹੋਰ ਆਪਣੇ ਵਿਦੇਸ਼ਾਂ ਦੀ ਖਬਰ ਹੈ ਵੀ ਅੰਟਾਰੀਓ ਦੇ ਵਿੱਚ ਨਵੀਂ ਸਰਕਾਰ ਬਣੀ ਆ। ਹਾਂਜੀ, ਤੇ ਉੱਥੇ 30 ਮੈਂਬਰੀ ਕੈਬਨਿਟ ਨੇ ਸਹੁੰ ਚੁੱਕੀ ਆ। ਤੁਸੀਂ ਦੇਖੋ ਉੱਥੇ ਫੇਰ ਪੰਜਾਬੀ ਛਾਏ ਪਏ ਆ, ਹਨਾ। ਪਹਿਲਾਂ ਕਹਿੰਦੇ ਹੁੰਦੇ ਸੀਗੇ ਭਈ, ਹੁਣ ਹਾਲ ਦੀ ਆਪਾਂ ਗੱਲ ਕਰੀਏ, 2 ਜਿਹੜੇ ਕੈਬਨਿਟ ਮਿਨਿਸਟਰ ਪੰਜਾਬੀ ਬਣਦੇ ਆ, ਹਨਾ। ਉਹ ਮਿਲਟਨ ਤੋਂ ਚੁਣੇ ਗਏ, ਦੂਜੀ ਵਾਰੀ ਪਰਮਗਿੱਲ ਮੋਗੇ ਦੇ ਨੇ, ਔਰ ਪਹਿਲਾਂ ਉਹ ਸਿਟੀਜ਼ਨਸ਼ਿਪ ਐਂਡ ਮਲਟੀਕਲਚਰਲ ਮਿਨਿਸਟਰ ਸੀਗੇ, ਹਨਾ ਜੀ। ਤੇ ਹੁਣ ਉਹ ਰੈੱਡ ਟੇਪ ਆਊਟਗੋਇੰਗ ਕੈਬਨਿਟ ਦੇ ਵਿੱਚ ਉਹ ਸਿਟੀਜ਼ਨਸ਼ਿਪ ਐਂਡ ਮਲਟੀਕਲਚਰਲ ਮਿਨਿਸਟਰ, ਹੁਣ ਉਹ ਰੈੱਡ ਟੇਪ ਰਿਡਕਸ਼ਨ ਮੰਤਰੀ ਬਣਾਇਆ ਨਵੀਂ ਵਜ਼ਾਰਤ ਦੇ ਵਿੱਚ, ਹਨਾ। ਇਸੇ ਤਰ੍ਹਾਂ ਤੁਸੀਂ ਦੇਖੋ ਪ੍ਰਭਜੀਤ ਸਰਕਾਰੀਆ ਅੰਮ੍ਰਿਤਸਰੋਂ 80ਵਿਆਂ ਦੇ ਗਏ ਹੋਏ ਆ, ਹਨਾ, ਔਰ ਬਰੈਂਪਟਨ ਸਾਊਥ ਤੋਂ ਬਣੇ ਨੇ, ਉਹ ਦੁਬਾਰਾ ਚੁਣੇ ਗਏ ਆ। ਤੇ ਉਹਨਾਂ ਨੂੰ ਪਹਿਲਾਂ ਉਹ ਜਿਹੜਾ ਖਜ਼ਾਨਾ ਬੋਰਡ ਆ ਉਹਦੇ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੂੰ ਮੁੜ ਕੇ ਫੇਰ ਖਜ਼ਾਨਾ ਬੋਰਡ ਦੇ ਪ੍ਰੈਜ਼ੀਡੈਂਟ ਬਣਾਇਆ। ਪਈ ਮੈਂ ਪੰਜਾਬੀਆਂ ਦੀਆਂ ਮੱਲਾਂ ਤੋਂ ਅਸ਼ਕੇ ਜਾਂਦਾ, ਬਾਰੇ ਜਾਂਦਾ। ਦੇਖੋ ਵਿਦੇਸ਼ਾਂ ਜਾ ਕੇ ਸੈਟਲ ਹੋਣਾ ਜੀ, ਫਿਰ ਆਪਣੇ ਆਪ ਨੂੰ ਸਥਾਪਿਤ ਕਰਨਾ ਜੀ, ਫਿਰ ਉਸ ਤੋਂ ਬਾਅਦ ਉਹਨਾਂ ਧਰਤੀਆਂ ਤੇ ਝੰਡੇ ਕੱਢਣੇ, ਪ੍ਰਾਪਤੀਆਂ ਦੇ, ਸਰਕਾਰਾਂ ਚਲਾਉਣੀਆਂ। ਸਰਕਾਰਾਂ ਦੇ ਵਿੱਚ ਮਿਨਿਸਟਰ ਬਣੇ ਨੇ, 2 ਜਣਿਆਂ ਨੇ ਸਹੁੰ ਚੁੱਕੀ ਹੈ। ਪਿੱਛੇ ਤਾਂ ਡਿਫੈਂਸ ਮਿਨਿਸਟਰ ਹੀ ਆਪਣੇ ਸੀ, ਕੈਨੇਡਾ ਦੇ ਡਿਫੈਂਸ ਮਿਨਿਸਟਰ ਆਪਣੇ। ਬਿਲਕੁਲ ਸਰ, ਔਰ ਇਹ ਮਾਣ ਵਾਲੀ ਗੱਲ ਹੈ ਸਾਡੇ ਵਾਸਤੇ। ਵੈਸੇ ਤਾਂ ਦੇਖੋ ਸਾਰੇ ਬੰਨੀ ਪੰਜਾਬੀ ਛਾਏ ਪਏ ਆ, ਕਹਿੰਦੇ ਆ ਵੀ ਪੰਜਾਬੀ ਤੇ ਆਲੂ ਦੁਨੀਆ ਦੇ ਹਰ ਖਿੱਤੇ 'ਚ ਤੁਹਾਨੂੰ ਮਿਲਣਗੇ, ਪਰ ਇਹਨੂੰ ਆਪਾਂ ਲਾਈਟਰ ਵੇਨ ਦੇ ਵਿੱਚ ਗੱਲ ਕਰਦੇ ਆ। ਜਿੱਥੇ ਜਿੱਥੇ ਪੰਜਾਬੀ ਗਏ ਆ, ਕਾਮਯਾਬੀਆਂ ਦੇ ਝੰਡੇ, ਉੱਥੋਂ ਦੇ ਜ਼ਿੰਦਗੀ ਦੇ ਹਰ ਸ਼ੁਬੇ 'ਚ, ਮੁਆਸ਼ਰੇ 'ਚ, ਉੱਥੋਂ ਦੇ ਸਮਾਜ ਵਿੱਚ ਰਚਣਾ ਮਿਚਣਾ, ਫਿਰ ਉੱਥੇ ਬੁਲੰਦੀਆਂ ਤੇ ਪਹੁੰਚਣਾ, ਪ੍ਰਾਪਤੀਆਂ ਕਰਨੀਆਂ, ਵੱਡੀਆਂ ਪ੍ਰਾਪਤੀਆਂ ਕਰਨੀਆਂ। ਪਹਿਲਾਂ ਕਹਿੰਦੇ ਹੁੰਦੇ ਵੀ ਸਾਊਥ ਹਾਲ ਜੀ, ਉੱਥੇ ਜ਼ਿਆਦਾ ਪੰਜਾਬੀ ਆ। ਫਿਰ ਸਰੀ ਦਾ ਨੰਬਰ ਆ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਅੱਜ ਪੰਜਾਬੀ ਵਸੋਂ ਜਿਹੜੀ ਸਭ ਤੋਂ ਜ਼ਿਆਦਾ ਦੁਨੀਆ ਦੇ ਕਿਸੇ ਸ਼ਹਿਰ 'ਚ ਆ, ਉਹ ਬਰੈਂਪਟਨ ਦੇ ਵਿੱਚ ਆ। ਦੂਜਾ ਪੰਜਾਬ ਬਣਿਆ ਪਿਆ। ਤੁਸੀਂ ਦੇਖੋ, ਸਿਰਫ ਆਪਾਂ ਇੱਕ ਮੁਲਕ ਦੀ ਗੱਲ ਕੀ ਕਰਨੀ ਹੈ, ਆਪਾਂ तमाम ਮੁਲਕਾਂ ਦੀ ਗੱਲ ਕਰਕੇ ਦੇਖੀਏ। ਜਿੱਥੇ ਵੀ ਪੰਜਾਬੀ ਬੈਠੇ ਨੇ, ਕੋਈ ਬਿਗ ਬਿਜ਼ਨਸਮੈਨ ਆ, ਕੋਈ ਸਰਕਾਰ ਦੇ ਵਿੱਚ ਬੈਠਾ ਹੋਇਆ ਹੈ, ਕੋਈ ਬਹੁਤ ਵੱਡਾ ਸੋਸ਼ਲ ਸਰਵਿਸ ਕਰਨ ਵਾਲਾ ਹੈ, ਆਪਣੇ ਓਬਰਾਏ ਸਾਹਿਬ, ਬਿਲਕੁਲ ਐਡੀ ਵੱਡੀ ਐਗਜ਼ਾਮਪਲ, SPS ਓਬਰਾਏ, ਜੀ ਹਾਂਜੀ, ਦੁਬਈ ਦੇ ਵੱਡੇ ਕਾਰੋਬਾਰੀ ਨੇ, ਹਾਂਜੀ,
ਸੋ ਐਪੈਕਸ ਗਰੁੱਪ ਆਫ ਕੰਪਨੀਆਂ ਉਹਨਾਂ ਦਾ ਦੁਨੀਆ ਜਾਣਦੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਤੋ ਸਭ ਜਗ੍ਹਾ ਦੇ ਉੱਤੇ ਪੰਜਾਬੀ ਛਾਏ ਹੋਏ ਨੇ। ਗੱਲ ਇਹ ਆ ਮਿਹਨਤੀ ਨੇ ਜੀ, ਜਿੱਥੇ ਜਾਣਾ ਮਿਹਨਤ ਕਰਨੀ ਹੈ। ਬਿਲਕੁਲ ਬਿਲਕੁਲ। ਸੋ ਉੱਥੋਂ ਦੀ ਇਕਨੋਮੀ ਦੇ ਵਿੱਚ ਵੀ ਉਹਨਾਂ ਦਾ ਹਿੱਸਾ, ਜੀ, ਉੱਥੋਂ ਦੀ ਤਰੱਕੀ ਦੇ ਵਿੱਚ ਵੀ ਹਿੱਸਾ, ਬਿਲਕੁਲ। ਬਲਕਿ ਆ ਵੀ ਆ ਕਿ ਸਾਡਾ ਜਿਹੜਾ ਸੱਭਿਆਚਾਰ ਹੈ ਨਾ ਉਹ ਵੀ ਐਕਸੈਪਟ ਕੀਤਾ ਜਾਂਦਾ ਹੈ ਬਾਹਰਲੇ ਮੁਲਕਾਂ ਦੇ ਵਿੱਚ। ਕਈ ਸਾਡੇ ਤਿਉਹਾਰ ਉਹ ਮਨਾਉਂਦੇ ਆ। ਮੈਂ ਦੇਖਦਾ ਗੋਰੇ ਕਾਲੇ ਜਿਹੜੇ ਆ ਉਹ ਸਾਡੇ ਸਮਾਗਮਾਂ 'ਚ ਭੰਗੜਾ ਪਾਉਂਦੇ ਨੇ ਤੇ ਨਾਲ ਤੁਸੀਂ ਦੇਖੋ ਕਿ ਕਈ ਤਿਉਹਾਰ ਨੇ ਜੀ ਜਿਹੜੇ ਆਫੀਸ਼ੀਅਲੀ ਤੌਰ ਤੇ ਮਨਾਏ ਜਾਂਦੇ ਨੇ। ਪਿੱਛੇ ਜੇ ਸੁਣਨ ਚ ਆਇਆ ਸੀਗਾ ਕਿ ਜਦੋਂ ਆਪਾਂ ਦੀਵਾਲੀ ਮਨਾਉਂਦੇ ਆ ਤੇ ਵਾਈਟ ਹਾਊਸ ਦੇ ਵਿੱਚ ਵੀ ਬਿਲਕੁਲ ਮਨਾਈ ਗਈ ਔਰ ਪ੍ਰੈਜ਼ੀਡੈਂਟ ਸਾਹਿਬ ਨੇ ਮਨਾਈ। ਵਿਸਾਖੀ ਦੇ ਸਮਾਗਮਾਂ 'ਚ ਸ਼ਾਮਲ ਹੁੰਦੇ ਆ। ਪਿੱਛੇ ਜਿਹੜਾ ਇੱਕ ਸੂਬੇ ਦੀ ਕੈਨੇਡਾ ਦੀ ਜਿਹੜਾ ਵਿਨੀਪੈਗ ਵਾਲਿਆਂ ਨੇ ਉਹਨੂੰ ਦਸਤਾਰ ਨੂੰ ਮਤਲਬ ਦਸਤਾਰ ਦਿਵਸ ਜਿਹੜਾ ਉਹਨੂੰ ਪ੍ਰਵਾਨਗੀ ਦਿੱਤੀ ਆ। ਹੁਣ ਤੀਆਂ ਦਾ ਮਾਹੌਲ ਅਗਸਤ 'ਚ ਆ ਰਿਹਾ। ਬਿਲਕੁਲ, ਹੁਣ ਤੀਆਂ ਵੀ ਮਨਾਉਣੀਆਂ ਹਾਂ, ਬਰਸਾਤਾਂ ਤੋਂ ਬਾਅਦ। ਬਿਲਕੁਲ ਉਹ ਸਾਰਾ ਜਿਹੜਾ ਪੰਜਾਬੀ ਸੱਭਿਆਚਾਰ ਆ ਉਹ ਵਿਦੇਸ਼ਾਂ 'ਚ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਉਹ ਉੱਥੇ ਜ਼ਿਆਦਾ ਪ੍ਰਫੁੱਲਤ ਹੋ ਰਿਹਾ ਇੱਥੇ ਨਾਲੋਂ। ਬਿਲਕੁਲ ਸਹੀ ਗੱਲ ਹੈ ਨਾ। ਔਰ ਪੰਜਾਬੀ ਮਾਂ ਬੋਲੀ ਉਹਦਾ ਵੀ ਉਹ ਤੁਸੀਂ ਚਾਹੇ ਬਰਮਿੰਗਮ ਦਾ ਸੋਹੋ ਰੋਡ ਹੋਵੇ, ਹੈਂਡਸਵਰਥ ਦਾ ਇਲਾਕਾ ਆ, ਸੋਹੋ ਰੋਡ ਹੈ, ਚਾਹੇ ਬ੍ਰੌਡਵੇ ਹੋਵੇ ਜਿਹੜਾ ਆਪਣੇ ਸਾਊਥ ਹਾਲ ਦਾ ਇੰਗਲੈਂਡ ਦਾ ਕਹਿ ਲਓ, ਲੰਡਨ ਦੇ ਵਿੱਚ ਹੀ ਹੈ ਨਾ, ਚਾਹੇ ਇੱਧਰ ਵੈਨਕੂਵਰ ਰਿਚਮੰਡ ਹੋਵੇ, ਚਾਹੇ ਪਹਿਲਾਂ ਰਿਚਮੰਡ ਸੈਟਲ ਹੋ ਜਾਂਦੇ ਸੀ। ਹੁਣ ਸਭ ਤੋਂ ਮਹਿੰਗਾ ਇਲਾਕਾ ਕਿਉਂਕਿ ਏਅਰਪੋਰਟ ਲਾਗੇ ਸੀਗਾ, ਜਿੱਦਾਂ ਸਾਊਥ ਹਾਲ ਦੇ ਲਾਗੇ ਹੀਥਰੋ ਹੈ ਇੰਗਲੈਂਡ ਦੇ ਵਿੱਚ। ਔਰ ਉਹ ਜਿਹੜੇ ਇਲਾਕੇ ਆ, ਰੌਸ ਸਟਰੀਟ ਲਾ ਲਓ, ਆਪਣਾ ਗੁਰਦੁਆਰਾ ਸਰੀ ਦਾ ਇਲਾਕਾ ਲਾ ਲਓ, ਤੇ ਪੰਜਾਬੀਆਂ ਨੇ ਰੌਣਕਾਂ ਲਾਈਆਂ। ਇੱਕ ਤਾਂ ਮੇਰੇ ਕੋਈ ਮਿੱਤਰ ਦਾ ਬੱਚਾ ਕਹਿੰਦਾ ਹੁੰਦਾ ਵੀ ਮੈਂ ਕਿਹਾ ਤੁਹਾਡੇ ਇਲਾਕੇ 'ਚ ਗੋਰੇ ਹੈਗੇ ਆ? ਉਹ ਕਹਿੰਦਾ ਗੋਰੇ ਹੈਗੇ ਆ। ਉੱਦਾਂ ਕਹਿੰਦਾ ਸਾਡੇ ਇਲਾਕੇ 'ਚ ਕੋਈ ਭੁੱਲਾ ਭਟਕਾ ਗੋਰਾ ਆਉਂਦਾ, ਪੰਜਾਬੀ ਜ਼ਿਆਦਾ ਅੰਕਲ ਜੀ, ਹੈ ਨਾ। ਸੋ ਪੰਜਾਬੀ ਹਰ ਬੰਨੇ ਛਾਏ ਹੋਏ ਆ, ਹੈ ਨਾ। ਤੇ ਔਰ ਕਹਿੰਦੇ ਨੇ ਕਿ ਥਾਂ ਦੇ ਉੱਤੇ ਮਿਨੀ ਪੰਜਾਬ ਬਣਾਇਆ ਹੋਇਆ ਉਹਨਾਂ ਨੇ। ਬਿਲਕੁਲ। ਔਰ ਜਿਹੜੇ ਪ੍ਰਭਜੀਤ ਸਰਕਾਰੀਆ ਹੋਰੀ ਤੇ ਪਰਮ ਗਿੱਲ ਹੋਰੀ ਉਹ ਵਧਾਈ ਦੇ ਪਾਤਰ ਆ। ਬਲਕਿ ਸਮੁੱਚੇ ਪੰਜਾਬੀ ਜਿਹੜੇ ਉੱਥੋਂ ਦੀ ਵਸੋਂ ਆ ਉਹ ਵਧਾਈ ਦੇ ਹੱਕਦਾਰ ਆ, ਹੈ ਨਾ। ਔਰ ਸਾਡੇ ਵੱਲੋਂ ਉਹਨਾਂ ਨੂੰ ਵਧਾਈਆਂ ਵੀ। ਬਿਲਕੁਲ, ਆਪਾਂ ਪੰਜਾਬ ਮੇਲ USA TV ਵੱਲੋਂ ਵੀ ਵਧਾਈ ਦਿੰਦੇ ਆ, ਨਾਲ ਬੈਸਟ ਵਿਸ਼ੇਸ ਵੀ। ਬਿਲਕੁਲ, ਕਿ ਜਿਹੜੇ ਕੰਮ ਵਾਸਤੇ ਤੁਸੀਂ ਸਹੁੰ ਚੁੱਕੀ ਹੈ, ਚੁਣੇ ਗਏ ਹੋ ਜੀ, ਉਸ ਕੰਮ ਨੂੰ ਤੁਸੀਂ ਦਿਲ ਲਾ ਕੇ ਪੂਰਾ ਕਰੋ ਜੀ, ਤਾਂ ਕਿ ਪੰਜਾਬੀਆਂ ਦਾ ਸਿਰ ਮਾਣ ਨਾਲ ਹੋਰ ਉੱਚਾ ਕਰੋ ਤੇ ਸੀਨਾ ਚੌੜਾ ਹੋਵੇ। ਬਿਲਕੁਲ। ਦੇਖੋ ਬਈ ਪੰਜਾਬੀਆਂ ਨੇ ਵਿਦੇਸ਼ੀਆਂ ਦੇ ਵਿੱਚ ਵੀ ਜਾ ਕੇ ਕਿੱਦਾਂ ਝੰਡੇ ਗੱਡੇ ਤੇ ਉੱਥੇ ਵੀ ਇੱਕ ਨਵਾਂ ਪੰਜਾਬ ਬਣਾ ਕੇ ਦਿਖਾ ਦਿੱਤਾ। ਬਿਲਕੁਲ ਜੀ। ਸੋ ਫਿਰ ਹੁਣ ਪੰਜਾਬ ਦੀ ਧਰਤੀ ਤੇ ਆਉਨੇ ਆ। ਜ਼ਿਮਨੀ ਚੋਣਾਂ ਹੋ ਚੁੱਕੀਆਂ ਨੇ ਸੰਗਰੂਰ ਦੀਆਂ ਤੇ ਭਲਕੇ ਰਿਜ਼ਲਟ ਹੈ ਉਹਨਾਂ ਦਾ 26 ਨੂੰ ਜੀ। ਤੇ ਦੇਖੋ ਹੁਣ ਕਿੱਦਾਂ ਦੀ ਜਾਂਦੀ ਗੇਮ। ਬਾਕੀ ਇਦਾਂ ਆ ਵੀ ਰਲਵੇਂ ਮਿਲਵੇਂ ਜਿਹੜੇ ਆ ਰਹੇ ਆ ਕਿਆਫੇ, ਤੇ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਕੁਝ ਵੀ ਦਾਅਵੇ ਨਾਲ ਨਹੀਂ ਕਿਹਾ ਜਾ ਸਕਦਾ। ਪਿਛਲੀ ਵਾਰੀ 25 ਸਾਲ ਰਾਜ ਕਰਨ ਵਾਲੇ ਅਕਾਲੀ ਵੀ ਕਹਿੰਦੇ ਸੀਗੇ ਵੀ ਅਸੀਂ 25 ਸਾਲ ਰਾਜ ਕਰਨਾ। ਸੁਖਬੀਰ ਬਾਦਲ ਹੋਰੀ ਕਹਿੰਦੇ ਸੀ, ਉਹ ਜੋਤੀ ਬਾਸੂ ਹੋਰਾਂ ਦੀਆਂ ਰੀਸਾਂ ਕਰਦੇ ਸੀ, ਹੈ ਨਾ, ਜਿਹੜੇ ਲੋਕਾਂ ਦੇ ਆਗੂ ਨੇ। ਤੇ ਜਿਹੜਾ ਕਾਂਗਰਸ ਆ ਉਹ ਵੀ ਆਪਾਂ ਦੇਖਦੇ ਹੀ ਆ, ਉਹਨਾਂ ਕੋਲ ਤਾਂ 4 ਬੰਦੇ ਵਿਧਾਨ ਸਭਾ 'ਚ ਰੌਲਾ ਪਾਉਣ ਵਾਲੇ ਵੀ ਹੈਗੇ ਆ। ਅਕਾਲੀਆਂ ਕੋਲ ਤਾਂ ਉਹ ਵੀ ਹੈ ਨਹੀਂ, 3 ਬੰਦੇ ਆ। ਤੇ ਉਹ ਕਹਿੰਦੇ ਆ ਵੀ ਨਗਾਰਖਾਨੇ 'ਚ ਤੂਤੀ ਦੀ ਕੌਣ ਸੁਣਦਾ ਤੇ ਮੇਲੇ 'ਚ ਚੱਕੀ ਰਾਹੇ ਨੂੰ ਕੌਣ ਪੁੱਛਦਾ। ਆਪ ਦਾ ਮੇਲਾ ਲੱਗਿਆ ਹੋਇਆ, 92 ਬੰਦੇ ਇੱਕ ਦੂਜੇ 'ਚ ਵੱਜਦੇ ਫਿਰਦੇ ਵਿਧਾਨ ਸਭਾ 'ਚ। ਤੇ ਉਹ ਕੱਲ ਜਿਹੜਾ ਮਤਲਬ ਦੇਖੋ ਹੁਣ ਰਿਜ਼ਲਟ ਆ ਵੀ ਥੋੜਾ ਹੀ ਸਮਾਂ ਰਹਿ ਗਿਆ, ਰਾਤ ਵਿਚਾਲੇ ਆ ਕਹਿ ਲਓ। ਕਹਿੰਦੇ ਹੁੰਦੇ ਆ ਵੀ 12 ਵੱਜ ਗਏ ਤੇ ਦਿਨ ਦਾ ਲੱਕ ਟੁੱਟ ਗਿਆ, ਹੈ ਨਾ। ਤੇ ਅੱਜ 12 ਵਜੇ ਤੋਂ ਬਾਅਦ ਦਾ ਸਮਾਂ ਹੋ ਚੁੱਕਾ, ਦਿਨ ਦਾ ਲੱਕ ਟੁੱਟ ਗਿਆ ਸ਼ਨੀਚਰਵਾਰ ਦਾ। ਤੇ ਕੱਲ ਮਤਲਬ ਐਤਵਾਰ ਦੇ ਤੇ ਸ਼ਨੀਚਰਵਾਰ ਦਰਮਿਆਨ ਰਾਤ ਹੀ ਰਹਿ ਗਈ ਆ। ਕੱਲ ਨੂੰ ਸਵੇਰੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਣੇ ਆ ਤੇ ਦੇਖੋ ਕੀ ਬਣਦਾ ਭਾਈ। ਤੁਹਾਨੂੰ ਕੀ ਲੱਗਦਾ ਵੈਸੇ ਕੀ ਬਣੂਗਾ? ਦੇਖੀਏ ਤੁਹਾਡਾ ਆਈਡੀਆ ਕੀ ਹੈ? ਜੋ ਮੈਨੂੰ ਲੱਗਦਾ ਭਈ ਦੇਖੋ ਆਮ ਤੌਰ ਤੇ ਹੁੰਦਾ ਉਹ ਜਿਹੜੀ ਹਕੂਮਤ ਕਰਨ ਵਾਲੀ ਪਾਰਟੀ ਹੁੰਦੀ ਹੈ ਨਾ, ਉਹਦਾ ਬੰਦਾ ਜਿੱਤਦਾ ਹੁੰਦਾ ਹੈ ਨਾ। ਉਹ ਹਰ ਹਰਬਾ ਵੀ ਵਰਤਦਾ, ਜਾਇਜ਼ ਨਜਾਇਜ਼ ਢੰਗ ਵੀ ਅਪਣਾਉਂਦਾ, ਹੈ ਨਾ। ਅੱਜ ਤੱਕ ਕਦੀ ਇਦਾਂ ਨਹੀਂ ਹੋਇਆ ਵੀ CM ਮੰਗ ਕਰੇ ਇਲੈਕਸ਼ਨ ਕਮਿਸ਼ਨ ਕੋਲੋਂ ਵੀ 1 ਘੰਟਾ ਹੋਰ ਵਧਾ ਦਿਓ ਭਈ ਉਹ ਜੀ ਝੋਨੇ ਦਾ ਸੀਜ਼ਨ ਆ, ਕਿਸਾਨ ਮਜ਼ਦੂਰ ਖੇਤਾਂ 'ਚ ਬੈਠੇ ਆ, ਹੈ ਨਾ। ਉਹ ਇਲੈਕਸ਼ਨ ਕਮਿਸ਼ਨ ਨੇ ਇੱਥੋਂ ਦੇ ਅਫਸਰਾਂ ਦੀ ਜਿਹੜੇ ਰਿਟਰਨਿੰਗ ਆਫੀਸਰ ਸੀ, ਜਿੱਦਾਂ DC ਲਾ ਲਓ, ਮਤਲਬ ਜ਼ਿਲ੍ਹੇ ਦਾ ਚੋਣ ਅਧਿਕਾਰੀ,
ਉਹਨਾਂ ਦੀ ਖਚਾਈ ਵੀ ਕੀਤੀ ਜੋ ਆਪਾਂ ਸੁਣਦੇ ਦੇਖਦੇ ਆ ਨਾ। ਬਿਲਕੁਲ ਗੁੱਸਾ ਕੀਤਾ ਉਹਨਾਂ ਨੇ, ਗੁੱਸਾ ਕੀਤਾ ਤੇ ਉਹ ਜਿੱਦਾਂ ਆਮ ਤੌਰ ਤੇ ਤਾਂ ਕਦੀ ਹੋਇਆ ਵੀ ਸੀਐਮ ਕਹਿੰਦਾ ਹੋਵੇ ਵੀ ਘੰਟਾ ਹੋਰ ਵਧਾ ਦਿਓ। ਤੇ ਦੂਸਰਾ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤਾਂ ਹਰ ਵਾਰੀ ਲੱਗਦੀ ਆ, ਜਿਹੜੀ ਸੱਤਾ ਧਿਰ ਹੁੰਦੀ ਆ ਉਹਨੇ ਦੁਰਵਰਤੋਂ ਕਰਨੀ ਹੁੰਦੀ ਆ, ਇਲਜ਼ਾਮ ਲੱਗਣੇ ਹੁੰਦੇ ਆ ਹਨਾ। ਤੇ ਦੂਸਰਾ ਇਹ ਆ ਭਈ ਅਮਨ ਅਮਾਨ ਨਾਲ ਉਦਾਂ ਸਿਰੇ ਚੜ ਗਈ ਸੀ ਇਹ ਜਿਹੜੀ ਚੋਣ ਆ, ਇੰਨਾ ਕੁ ਜ਼ਰੂਰ ਆ ਹਨਾ। ਤੇ ਕਿਉਂਕਿ ਮੁੱਖ ਮੰਤਰੀ ਜਿਹੜੇ ਆ ਉਹ ਖੁਦ ਇਸ ਹਲਕੇ ਦੀ ਨੁਮਾਇੰਦਗੀ ਕਰਦੇ ਸੀ ਲੋਕ ਸਭਾ ਦੇ ਵਿੱਚ, ਤੇ ਉਹਨਾਂ ਦਾ ਜਾਤੀ ਪ੍ਰਭਾਵ ਤੁਸੀਂ ਦੇਖੋ ਵੀ ਉਹਨਾਂ ਨੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਵਰਗੇ ਸੀ, ਉਹਨਾਂ ਦੇ ਬੇਟੇ ਸੀ ਪਰਮਿੰਦਰ ਢੀਂਡਸਾ ਹੋਰੀ, ਵੀ ਉਹ ਕਹਿੰਦੇ ਹੁੰਦੇ ਆ ਵੀ ਮੈਂ ਤਾਂ ਪਰਮਿੰਦਰ ਦੇ ਦਾਦਕਿਆਂ ਤਾਂ ਨਾਨਕਿਆਂ ਦੇ ਦੋਵੇਂ ਪਿੰਡ ਜਿਹੜੇ ਹਰਾਏ ਆ, ਇਹ ਲੋਕ ਹਰਾਏ ਆ, ਉੱਥੋਂ ਮੈਂ ਜਿੱਤਿਆ ਹਨਾ। ਸੋ ਹੁਣ ਉਹ ਮੁੱਖ ਮੰਤਰੀ ਆ ਤੇ ਲੋਕ ਥੋੜੇ ਜਿਹੇ ਲੱਭ ਲੋਭ ਨਾਲ ਵੀ ਜੁੜੇ ਹੁੰਦੇ ਆ ਵੀ ਚੱਲ ਯਾਰ ਆਪਣਾ ਬੰਦਾ ਜਾਂ ਆਪਣੇ ਇਲਾਕੇ ਦਾ ਜਿਹੜਾ ਹਾਂ। ਸੋ ਇਹ ਵਿਚਲੀ ਇਹ ਜਿਹੜੀ ਗੱਲ ਆ ਨਾ, ਉਹ ਤੋਂ ਥੋੜਾ ਜਿਹਾ ਲੱਗਦਾ ਸੰਜੀਵ ਵੀ ਸ਼ਾਇਦ ਆਪ ਵਾਲੇ ਬਾਜੀ ਮਾਰ ਬਿਲਕੁਲ, ਕਿਉਂਕਿ ਉੱਥੇ ਮਾਨ ਸਾਹਿਬ ਪਹਿਲਾਂ ਹੀ ਰਹਿ ਚੁੱਕੇ ਨੇ, ਮਾਨ ਸਾਹਿਬ ਪਹਿਲਾਂ ਰਹਿ ਚੁੱਕੇ ਆ, ਕੰਸੀਡਰ ਹੋਏਗੀ। ਹਾਂਜੀ, ਤੇ ਉਹ ਕਹਿੰਦੇ ਹੁੰਦੇ ਆ ਵੀ ਇੱਕ ਪਿੰਡ ਦੀ ਵਸੋਂ ਜਿਤਾਉਂਦੀ ਆ। ਐਤਕੀ ਵੀ ਮਾਨ ਸਾਹਿਬ ਦੇ ਆਪਣੇ ਪਿੰਡ ਦੇ ਸਤੌਜ ਜਿਹੜਾ ਉੱਥੋਂ ਦੇ ਲੋਕਾਂ ਨੇ ਬੂਥ ਹੀ ਨਹੀਂ ਕੋਈ ਹੋਰ ਲਾਇਆ, ਇਕੱਲਾ ਆਪ ਦਾ ਬੂਥ ਲੱਗਾ ਸੀ। ਇਹਦਾ ਮਤਲਬ ਡੰਡੀ ਤਰਾ ਪੂਰਾ ਪਿੰਡ ਆਪ ਦੇ ਹੱਕ 'ਚ ਭੁਗਤਿਆ ਹੋਊਗਾ। ਘਰਾਂਚੋ ਦਾ ਸਰਪੰਚ ਆ ਬਜਾਤੇ ਖੁਦ ਜਿਹੜਾ MP ਦਾ ਕੈਂਡੀਡੇਟ ਹੈਗਾ ਹਨਾ। ਸੋ ਇਸ ਕਰਕੇ ਇਹਨਾਂ ਦੀ ਸੰਭਾਵਨਾ ਜ਼ਿਆਦਾ ਲੱਗਦੀ ਆ। ਤੇ ਉੱਦਾਂ ਕਹਿੰਦੇ ਕੋਈ ਪਤਾ ਨਹੀਂ ਹੁੰਦਾ ਵੀ ਵੋਟਰ ਜਿਹੜਾ ਆ ਉਹ ਕਿੱਧਰ ਭੁਗਤ ਗਿਆ। ਬਿਲਕੁਲ ਠੀਕ ਆ, ਕਿਉਂਕਿ ਆਖਰੀ ਪਲਾਂ ਤੱਕ ਤੁਹਾਨੂੰ ਪਤਾ ਨਹੀਂ ਹੁੰਦਾ, ਤੁਸੀਂ ਸਿਰਫ ਅੰਦਾਜ਼ੇ ਲਗਾ ਰਹੇ ਹੁੰਦੇ ਹੋ ਔਰ ਵਿੱਚੋਂ ਕੋਈ ਗੱਲ ਹੋਰ ਨਿਕਲਦੀ ਹੈ, ਫਿਰ ਤੁਸੀਂ ਆਪ ਵੀ ਹੈਰਾਨ ਹੁੰਦੇ ਹੋ। ਇਹ ਆਪਣੀਆਂ ਕਿਆਸ ਰਾਈਆਂ ਆ ਵੀ ਸ਼ਾਇਦ ਇਦਾਂ ਹੋਵੇ ਹਨਾ। ਤੇ ਬਾਕੀ ਮਨਪ੍ਰੀਤ ਤੇ ਆਲੀ ਆਪਣੇ ਕੋਲ ਆਧਾਰਨ ਆ, ਲੁਧਿਆਣਾ ਤੋਂ ਦੂਰ ਨਹੀਂ, ਜਲੰਧਰੋਂ ਹਨਾ ਘੰਟੇ ਦੀ ਮਾਰ ਆ ਬਾਈ ਰੋਡ। ਤੇ ਮਨਪ੍ਰੀਤ ਤੇ ਆਲੀ ਕਾਂਗਰਸ ਸਰਕਾਰ ਸਾਰੀ ਮਸ਼ੀਨਰੀ ਕੈਪਟਨ ਸੰਦੀਪ ਸੰਧੂ ਨੂੰ ਜਿਤਾਉਣ ਲਈ ਜੁਟੀ ਹੋਈ ਸੀ, ਦਿਨ ਰਾਤ ਹਰ ਹਰਬਾ ਵਰਤਿਆ। ਤੇ ਮਨਪ੍ਰੀਤ ਤੇ ਆਲੀ ਲੋਕਾਂ ਦਾ ਆਗੂ ਸੀ, ਮੁੜ ਕੇ ਜਿੱਤ ਗਿਆ ਅਕਾਲੀ ਦਲ ਵੱਲੋਂ। ਜਿੱਤਿਆ ਕਿ ਨਹੀਂ ਜਿੱਤਿਆ ਜੀ? ਬਿਲਕੁਲ ਇੱਕ ਚੀਜ਼ ਹੈ ਨਾ, ਬਿਲਕੁਲ ਸਤੀ ਸਾਹਿਬ ਬਿਲਕੁਲ ਕਲੀਅਰ ਹੋ ਜਾਂਦੀ ਆ ਕਿ ਜੋ ਬੰਦਾ ਲੋਕਾਂ ਦਾ ਬੰਦਾ ਹੈ ਜੀ, ਜਿਵੇਂ ਆਪਾਂ ਕਲਾ ਦੀ ਦੁਨੀਆ 'ਚ ਵੀ ਦੇਖੀਏ, ਜੋ ਲੋਕਾਂ ਦਾ ਕਲਾਕਾਰ ਹੈ, ਹਾਂਜੀ, ਜੋ ਲੋਕਾਂ ਦੀਆਂ ਬੋਲੀਆਂ ਨੇ, ਉਹਨਾਂ ਦੀ ਲੋਕ ਸਾਹਿਤ ਹੈ, ਮਤਲਬ ਜਿਹੜਾ ਲੋਕ ਧਾਰਾ ਨਾਲ ਜੁੜੇ ਹੋਏ ਲੋਕ ਨੇ ਨਾ, ਭਾਵੇਂ ਉਹ ਰਾਜਨੀਤੀ ਦਾ ਫੀਲਡ ਹੋਵੇ, ਬਿਲਕੁਲ ਉਹ ਲੋਕ ਜ਼ਰੂਰ ਕਾਮਯਾਬੀ ਨੂੰ ਫੜ ਲੈਂਦੇ ਨੇ, ਜ਼ਰੂਰ ਕਾਮਯਾਬ ਹੋ ਜਾਂਦੇ ਨੇ। ਸੋ ਲੋਕਾਂ ਦੇ ਦਿਲਾਂ 'ਚ ਉਤਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮਾਰਕੀਟਿੰਗ ਕਰੋ, ਜੋ ਮਰਜ਼ੀ ਕਰੋ, ਪਰ ਜਦੋਂ ਤੱਕ ਤੁਸੀਂ ਲੋਕਾਂ ਦੇ ਦਿਲ 'ਚ ਨਹੀਂ ਨਾ ਖੁੱਭਦੇ, ਉਦੋਂ ਤੱਕ ਤੁਹਾਨੂੰ ਵੋਟਾਂ ਨਹੀਂ ਪੈਂਦੀਆਂ। ਲੋਕਾਂ ਦੇ ਦਿਲਾਂ ਨੂੰ ਛੂਹਣਾ, ਉਹਨਾਂ ਦੇ ਦਿਲਾਂ 'ਚ ਉਤਰਨਾ ਬਹੁਤ ਜ਼ਰੂਰੀ ਆ। ਜਿਹੜੇ ਸਿਆਸੀ ਆਗੂ ਆ ਨਾ, ਜਿਹੜੇ ਲੋਕਾਂ ਦੀ ਨਬਜ਼ ਪਛਾਣਦੇ ਆ, ਜਿਹੜੇ ਲੋਕਾਂ ਦੇ ਦਿਲਾਂ 'ਚ ਘਰ ਕਰ ਜਾਂਦੇ ਆ, ਉਹ ਫਿਰ ਲੋਕ ਇਹ ਨਹੀਂ ਦੇਖਦੇ ਵੀ ਇਹ ਚੰਗਾ ਆ ਕਿ ਮਾੜਾ ਹੈ, ਫਿਰ ਲੋਕ ਲਗਾਤਾਰ ਉਹਨਾਂ ਨੂੰ ਜਿਤਾਉਂਦੇ ਆ। ਆਪਣੇ ਕੋਲ ਕਈ ਉਦਾਹਰਨਾਂ ਨੇ ਔਰ ਜਿੱਦਾਂ ਹੁਣ ਮਾਨ ਸਾਹਿਬ ਦੀ ਵੀ ਆਪਾਂ ਗੱਲ ਕਰੀਏ ਜੀ, ਇਹ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਛਾਣ ਦੀ ਕੋਸ਼ਿਸ਼ ਵਿੱਚ ਨੇ ਔਰ ਅੱਬਾਂ ਦੀ ਇਮੇਜ ਇੱਦਾਂ ਦੀ ਬਣਾਉਂਦੇ ਪਏ ਨੇ ਕਿ ਲੋਕਾਂ ਦੇ ਦਿਲਾਂ 'ਚ ਇਹਨਾਂ ਦੀ ਛਾਪ ਲੱਗ ਜਾਵੇ। ਹਾਲਾਂਕਿ ਆਪਾਂ ਜਦੋਂ ਜ਼ਿਕਰ ਕਰਦੇ ਹਾਂ ਤਾਂ ਵੱਡੇ ਬਾਦਲ ਸਾਹਿਬ ਜੋ ਕਾਫੀ ਚਰਚਾ 'ਚ ਰਹੇ ਨੇ, ਫਿਰ ਕੈਪਟਨ ਸਾਹਿਬ, ਫਿਰ ਚੰਨੀ ਸਾਹਿਬ ਥੋੜ੍ਹੇ ਦਿਨ ਵਾਸਤੇ ਆਏ, ਉਹ ਵੀ ਕਾਫੀ ਚਰਚਾ 'ਚ ਰਹੇ। ਤੇ ਉਹਨਾਂ ਤਿੰਨਾਂ ਤੋਂ ਹਟ ਕੇ ਇਮੇਜ ਬਣਾਉਣ ਦੇ ਵਿੱਚ ਕਾਮਯਾਬ ਹੁੰਦੇ ਪਏ ਨੇ ਮਾਨ ਸਾਹਿਬ। ਖਾਸ ਕਰਕੇ ਇਹ ਜਿਹੜੀ ਇਮਾਨਦਾਰੀ ਦੀ ਇਹਨਾਂ ਨੇ ਮੁਹਿੰਮ ਛੇੜੀ ਹੋਈ ਹੈ ਨਾ, ਭ੍ਰਿਸ਼ਟਾਚਾਰ ਦੇ ਖਿਲਾਫ, ਇੱਕ ਖਾਸ ਇਮੇਜ ਬਣਾਉਣ ਦੀ ਕੋਸ਼ਿਸ਼ ਵਿੱਚ ਨੇ ਔਰ ਕਾਮਯਾਬੀ ਮਿਲਦੀ ਵੀ ਪਈ ਹੈ। ਲੋਕ ਇਹਨਾਂ ਨੂੰ ਪਸੰਦ ਕਰਦੇ ਵੀ ਪਏ ਨੇ। ਹੁਣ ਦੇਖੋ ਅੱਗੇ ਕਿੱਥੇ ਤੱਕ ਇਹ ਸਾਰੀਆਂ ਗੇਮਸ ਹੁੰਦੀਆਂ ਨੇ। ਬਿਲਕੁਲ ਇੱਕ ਚੀਜ਼ ਹੈ ਜੋ ਪੱਤਰਕਾਰ ਭਾਈਚਾਰਾ ਕਹਿੰਦਾ ਕਿ ਪ੍ਰੈਸ ਕਾਨਫਰੰਸ ਵੀ ਕਰਿਆ ਕਰੋ ਨਾ, ਉੱਥੋਂ ਵੀਡੀਓ ਰਿਲੀਜ਼ ਕਰ ਦਿੰਦੇ ਹੋ, ਅਸੀਂ ਬਸ ਸੁਣ ਕੇ ਬਹਿ ਜਾਂਦੇ ਹਾਂ, ਸਾਡੇ ਸਵਾਲਾਂ ਦੇ ਜਵਾਬ ਦਿਓ। ਹਾਂ, ਜਦੋਂ ਇਹ ਸਵਾਲਾਂ ਦੇ ਜਵਾਬ ਦੇਣਗੇ ਨਾ, ਉਦੋਂ ਲੋਕਾਂ ਦੇ ਦਿਲਾਂ 'ਚ ਜ਼ਿਆਦਾ ਉਤਰਨਗੇ। ਫਿਲਹਾਲ ਤਾਂ ਵਨ ਸਾਈਡਡ ਗੇਮ ਹੈ। ਉਹ ਤਾਂ ਇਦਾਂ ਆ ਭਈ ਸਾਡੇ ਪ੍ਰਧਾਨ ਮੰਤਰੀ ਨੇ ਨਹੀਂ ਪ੍ਰੈਸ ਕਾਨਫਰੰਸ ਕੀਤੀ, ਉਹ ਵੀ ਇਦਾਂ ਹੀ, ਠੀਕ ਹੈ ਨਾ। ਤੇ ਇਹ ਠੀਕ ਆ, ਲੋਕਾਂ ਦਾ ਉਜ਼ਰ ਜਿਹੜਾ ਆ, ਸਾਡਾ ਭਾਈਚਾਰਾ ਆਪਣਾ ਜਿਹੜਾ ਕਹਿ ਲਓ ਭਈ ਪੱਤਰਕਾਰੀ ਦਾ, ਭਈ ਪ੍ਰੈਸ ਕਾਨਫਰੰਸ ਕਰਨ, ਸਵਾਲਾਂ ਦੇ ਜਵਾਬ ਦੇਣ, ਪੱਤਰਕਾਰਾਂ ਦੇ ਰੂਬਰੂ ਹੋਣ, ਥੋੜਾ ਆਮਣੇ ਸਾਹਮਣੇ ਬੈਠ ਕੇ ਗੱਲਾਂ ਹੋਣ, ਹੋਰ ਸਟਰੋਂਗ ਹੁੰਦੀ ਵੀ ਬੰਦਾ ਫੇਸ ਕਰਦਾ। ਬਿਲਕੁਲ। ਹੁਣ ਲੱਗਦਾ ਕਿ ਬੰਦਾ ਫੇਸ ਨਹੀਂ ਕਰਦਾ ਪਿਆ, ਜਾਂ ਤਾਂ ਤਿਆਰੀ 'ਚ ਨਹੀਂ ਆ, ਜਾਂ ਇਹਦੇ ਕੋਲ ਸਵਾਲਾਂ ਦੇ ਜਵਾਬ ਨਹੀਂ ਹੋਣਗੇ, ਹਜੇ ਇਹ ਮੈਚਿਓਰ ਹੁੰਦਾ ਪਿਆ, ਪ੍ਰੈਪਰੇਸ਼ਨ ਕਰਦਾ ਪਿਆ, ਕੁਝ ਵੀ ਕਹਿ ਸਕਦੇ ਹੋ। ਪਰ ਜਦੋਂ ਤੁਸੀਂ ਫੀਲਡ 'ਚ ਆ ਕੇ ਜਵਾਬ ਦਿੰਦੇ ਹੋ, ਤੁਹਾਡੇ ਜਵਾਬਾਂ ਦੇ ਉੱਤੇ ਟਿਕੀ ਹੁੰਦੀ ਹੈ ਸਾਰੀ ਗੱਲ। ਦੇਖੋ ਲੋਕਾਂ ਨਾਲ ਜਿਹੜਾ ਘੁਲਣਾ ਮਿਲਣਾ ਨਾ, ਇੱਕ ਵਾਰੀ
ਕੋਈ ਹਰਚਰਨ ਸਿੰਘ ਬਰਾੜ ਥੋੜਾ ਜਿਹਾ ਸਮਾਂ ਆਪਣੇ ਮੁੱਖ ਮੰਤਰੀ ਰਹੇ ਸੀ, ਆਪਾਂ ਜਾਣਦੇ ਹਾਂ, ਹਨਾ। ਹਾਂਜੀ। ਮੁਕਤਸਰ ਜ਼ਿਲ੍ਹੇ ਨਾਲ ਸੰਬੰਧਿਤ, ਤੇ ਮੈਂ ਉਹਨਾਂ ਦਾ ਕੋਈ ਰਿਸ਼ਤੇਦਾਰ ਮੇਰਾ ਮਿੱਤਰ ਪਿਆਰਾ ਸੀ, ਮੈਂ ਉਹਨੂੰ ਇੱਕ ਵਾਰੀ ਪੁੱਛਿਆ ਵੀ ਯਾਰ ਬਰਾੜ ਸਾਹਿਬ ਕੱਪੜੇ ਕੁੱਪੜੇ ਕਿੱਦਾਂ ਲੈਂਦੇ ਹੋਣਗੇ। ਉਹ ਕਹਿੰਦੇ ਯਾਰ ਇਹ ਨਾ ਬੜੇ ਹੋਰ ਕਿਸਮ ਦੇ ਲੋਕ ਆ, ਭਈ ਇਹ ਬਹੁਤਾ ਕਿਸੇ ਤੇ ਭਰੋਸਾ ਨਹੀਂ ਕਰਦੇ, ਵੀ ਆਪ ਹੀ ਜਾਂਦੇ ਜੁੰਦੇ ਹੁਣ ਕਹਿੰਦੇ ਮਾਰਕੀਟ ਦੇ ਵਿੱਚ। ਮੈਂ ਕਿਹਾ ਵੀ ਚੰਡੀਗੜ੍ਹ ਦੀ ਮਾਰਕੀਟ 'ਚ ਕਿਵੇਂ? ਕਹਿੰਦੇ ਨਹੀਂ ਨਹੀਂ ਯਾਰ, ਇਹ ਚੰਡੀਗੜ੍ਹ ਦੀਆਂ ਮਾਰਕੀਟਾਂ 'ਚ ਖਰੀਦੋ ਫਰੋਖਤ ਨਹੀਂ ਕਰਦੇ, ਇਹ ਦਿੱਲੀ ਵੀ ਨਹੀਂ ਕਰਦੇ, ਵੀ ਇਹ ਤਾਂ ਵਿਦੇਸ਼ਾਂ, ਕਹਿੰਦੇ ਲੰਡਨ ਨਿਊਯਾਰਕ ਜਾ ਕੇ ਕਰਦੇ ਹੋਣੇ ਆ। ਹੁਣ ਇੱਥੇ ਪੁਆਇੰਟ ਆਉਂਦਾ ਓਕੇ ਕਿ ਪੈਸਾ ਕਿੱਥੋਂ ਆਉਂਦਾ ਇੰਨਾ? ਉਹੀ ਤਾਂ ਹੈ। ਤਾਂ ਉਹ ਕਹਿੰਦੇ ਭਈ ਰਿਸ਼ਤੇਦਾਰ ਤਾਂ ਮੈਂ ਹੈਗਾ, ਪਰ ਖੁਸ਼ਕ ਜਿਹਾ ਹੱਥ ਮਿਲਾਉਂਦੇ ਆ, 2 ਕਪੋਟਿਆਂ ਵਾਲਾ, ਹੈ ਨਾ। ਅਤੇ ਫਿਰ ਨਾਲ ਹੀ ਗੱਲ ਚੱਲ ਪਈ ਬਾਦਲ ਸਾਹਿਬ ਦੀ। ਉਹ ਮੈਂ ਬਜ਼ਾਤੇ ਖੁਦ ਬਾਦਲ ਸਾਹਿਬ ਦਾ ਕਿਸੇ ਕਿਸਮ ਦਾ ਪ੍ਰਸ਼ੰਸਕ ਨਹੀਂ, ਠੀਕ ਹੈ ਜੀ, ਪਰ ਉਹ ਫਿਰ ਵੀ 5 ਵਾਰ ਬਣੇ ਨੇ, ਠੀਕ ਹੈ। ਮੈਂ ਤਾਂ ਸਮਝਦਾ ਵੀ ਨਕਸਲਵਾੜੀ ਲਹਿਰ, 78 ਦਾ ਵਿਸਾਖੀ ਵਾਲਾ ਕਾਂਡ ਜਿਹੜਾ ਨਿਰੰਕਾਰੀਆਂ ਨਾਲ ਮੁੱਠਭੇੜ ਹੁੰਦੀ ਆ, ਜਾਂ ਹੋਰ ਉਹ ਫਿਰ ਉਹ ਤੋਂ ਮਗਰਲੀਆਂ ਜਿਹੜੀਆਂ ਘਟਨਾਵਾਂ 84 ਵਾਪਰਦਾ ਕੀ ਕੁਛ ਹੁੰਦਾ, ਹੈ ਨਾ। ਅਤੇ ਪਰ ਫਿਰ ਵੀ ਉਹਨਾਂ ਦਾ ਲੋਕਾਂ ਦੇ ਵਿੱਚ ਆਧਾਰ ਹੋਣਾ, ਹੈ ਨਾ। ਅਤੇ ਉਹ ਕਹਿੰਦੇ ਵੀ ਬਾਦਲ ਭਾਈ ਹਰ ਵਾਰੀ ਤਾਂ ਜਿੱਤ ਜਾਂਦਾ ਵੀ ਕਿਤੇ ਹੜ੍ਹ ਹੁੜ ਆਇਆ ਹੋਵੇ ਨਾ, ਤਾਂ ਗੋਡਿਆਂ ਤੋਂ ਤਾਂ ਪੈਂਟ ਟੰਗ ਕੇ ਨਾ ਬਾਦਲ ਸਾਹਿਬ ਲੋਕਾਂ ਦੇ ਡੇਰਿਆਂ 'ਤੇ ਜਾ ਕੇ ਹਾਲ ਪੁੱਛਦੇ ਹੁੰਦੇ ਆ। ਸੋ ਇਹ ਹੁੰਦਾ ਲੋਕਾਂ ਨਾਲ ਜੁੜੇ ਹੋਣਾ, ਹੈ ਨਾ। ਅਤੇ ਦੂਸਰਾ ਜਿੱਦਾਂ ਤੁਸੀਂ ਕਿਹਾ ਵੀ ਕਿਤੇ ਕਦੀ ਪ੍ਰੈਸ ਕਾਨਫਰੰਸ ਵੀ ਕਰ ਲੈਣ ਮਾਨ ਸਾਹਿਬ, ਅਤੇ ਉਹਦੇ ਨਾਲ ਉਹਨਾਂ ਦਾ ਪ੍ਰਭਾਵ ਹੋਰ ਦੁੱਗਣਾ ਤਿੱਗਣਾ, ਇਮੇਜ ਵਧੂਗੀ, ਇਮੇਜ ਵਧੇਗੀ, ਉਹਨਾਂ ਦਾ ਅਕਸ ਜਿਹੜਾ ਹੋਰ ਨਿਖਰੇਗਾ, ਸੁਧਰੇਗਾ ਜੀ। ਔਰ ਇੱਕ ਗੱਲ ਮੈਂ ਹੋਰ ਵੀ ਕੀਤੀ ਸੀ ਕਿ ਤੁਸੀਂ ਜਦੋਂ ਕਿਹਾ ਨਾ ਵਿਦੇਸ਼ਾਂ 'ਚ ਜਾਂਦੇ ਨੇ ਸ਼ਾਪਿੰਗ ਕਰਨ, ਮੈਂ ਕਿਹਾ ਪੈਸੇ ਕਿੱਥੋਂ ਆਉਂਦੇ ਨੇ? ਜੀ, ਪੈਸੇ ਇਹ ਗੱਲ ਸੋਚਣ ਵਾਲੀ। ਚਲੋ ਪੈਸਿਆਂ ਤੋਂ ਆਪਾਂ ਹੁਣ ਅੱਗੇ ਚੱਲੀਏ ਜੀ। ਪੈਸਿਆਂ ਦੀ ਗੱਲ ਬਜਟ 'ਚ ਹੁੰਦੀ ਪਈ, ਕਿਉਂਕਿ ਬਜਟ ਸੈਸ਼ਨ ਦਾ ਦੂਜਾ ਦਿਨ ਹੈ, ਪੰਜਾਬ ਦਾ ਬਜਟ ਸੈਸ਼ਨ ਚੱਲਦਾ ਪਿਆ, ਤੇ ਕਹਿੰਦੇ ਨੇ ਕਿ ਜਿਹੜੀ ਓਪੋਜੀਸ਼ਨ ਆ, ਵਿਰੋਧੀ ਧਿਰ ਨੇ, ਉਹਨਾਂ ਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਤੇ ਉਹਨਾਂ ਨੇ ਵਾਕਆਊਟ ਕੀਤਾ ਹੈ। ਹਾਂਜੀ, ਉਹ ਬਿਲਕੁਲ ਜੀ। ਦੇਖੋ ਉੱਥੇ ਕਾਂਗਰਸ ਤੇ ਭਾਜਪਾ ਵਾਲਿਆਂ ਨੇ, ਕਿਉਂਕਿ ਅਕਾਲੀ ਤਾਂ ਵਿਰੋਧ ਕਰਨ ਜੋਗੇ ਨਹੀਂ, ਬਸਪਾ ਦੇ ਕਦੇ ਉਹ ਹੋਇਆ ਕਿ ਭਈ ਅਮਨ ਕਾਨੂੰਨ ਦਾ ਰੌਲਾ ਪਾ ਰੱਖਿਆ, ਅਮਨ ਕਾਨੂੰਨ ਦਾ, ਤੇ ਨਾਲ ਜਿਹੜੇ ਤੁਸੀਂ ਉਹ ਵਾਅਦੇ ਕੀਤੇ ਨੇ ਫ੍ਰੀ ਬੀਸ ਪੋਲਿਟਿਕਸ ਵਿੱਚ, ਪੈਸੇ ਕਦੋਂ ਦੇਣੇ ਨੇ? ਪੈਸੇ ਕਦੋਂ ਦੇਣੇ ਆ। ਸੋ ਇਹ ਤਾਂ ਨਾ 3 ਮਹੀਨਿਆਂ ਦੀ ਜਿਹੜੀ ਕਾਰਗੁਜ਼ਾਰੀ ਆ ਸਰਕਾਰ ਦੀ, ਉਹ 'ਤੇ ਘੇਰਨ ਵਾਲੀ ਗੱਲ ਹੋ ਗਈ। ਦੇਖੋ ਪਹਿਲਾ ਸੈਸ਼ਨ ਤਾਂ ਜਿਹੜੇ ਵਿਛੜੇ ਆਗੂ ਨੇ ਵਿਧਾਨ ਸਭਾ ਦੇ, ਉਹਨਾਂ ਨੂੰ ਸ਼ਰਧਾਂਜਲੀਆਂ ਦੇ ਵਿੱਚ ਹੀ, ਹੈ ਨਾ। ਅਤੇ ਦੂਸਰਾ ਇਹ ਆ ਵੀ ਜਿਹੜੇ ਪੰਜਾਬ ਸਰਕਾਰ ਨੇ ਜਿਹੜਾ ਚਲੰਤ ਮਾਲੀ ਸਾਲ ਆ ਉਹਦੇ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਆ। ਕੁਛ ਸੈਸ਼ਨ ਜੱਜਿਸ ਦੀਆਂ ਪੋਸਟਾਂ ਜਿਹੜੀਆਂ ਖਾਲੀ ਨੇ ਪੰਜਾਬ ਦੇ ਵਿੱਚ, 20 ਤੋਂ ਵੱਧ ਜਿਹੜੀਆਂ ਪੋਸਟਾਂ ਨੇ, ਔਰ ਉਹਦੇ ਸਮੇਤ ਹੋਰ ਜੱਜਾਂ ਦੀਆਂ 800 ਤੋਂ ਉੱਤੇ ਕੁਛ ਪੋਸਟਾਂ ਨੂੰ ਪ੍ਰਵਾਨਗੀ ਦਿੱਤੀ ਹੈ ਨਾ। ਅਤੇ ਵਿਰੋਧੀ ਧਿਰ ਰੌਲਾ ਉਹ ਕਹਿੰਦੇ ਜੀ ਦੇਖੋ ਭਈ ਉਹ ਪ੍ਰਤਾਪ ਬਾਜਵਾ ਕਹਿੰਦੇ ਵੀ ਪੰਜਾਬ ਨੂੰ ਕੁਛ ਤਰ੍ਹਾਂ ਕਮਜ਼ੋਰ ਕਰਨੀਆਂ ਚਾਹੁੰਦੀਆਂ ਹੈਗੀਆਂ, ਹੈ ਨਾ। ਅਤੇ ਕਿਤੇ ਇੱਦਾਂ ਦਾ ਸ਼ੁਗਰ ਮੇਲਾ ਵੀ ਚੱਲਦਾ ਰਿਹਾ, ਨੋਕ ਝੋਂਕ ਵੀ ਹੋਈ ਆ, ਪਰ ਜਿਹੜੇ ਭਗਵੰਤ ਸਿੰਘ ਮਾਨ ਆ ਉਹ ਵਿਰੋਧੀ ਧਿਰ ਨੂੰ ਵੀ ਗਰਮਜੋਸ਼ੀ ਦੇ ਨਾਲ ਮਿਲੇ ਆ। ਔਰ ਆਪ ਦੇ ਤਾਂ ਸਾਰੇ ਵਿਧਾਇਕ ਲਾਈਨ ਬੰਨ੍ਹ ਕੇ ਮੁੱਖ ਮੰਤਰੀ ਨੂੰ ਮਿਲਦੇ ਆ, ਔਰ ਸੈਸ਼ਨ ਤੋਂ ਬਾਅਦ ਜਦੋਂ ਗੈਰ ਰਸਮੀ ਜਿੱਦਾਂ ਮੁਲਾਕਾਤਾਂ ਹੋ ਰਹੀਆਂ ਨੇ, ਅਤੇ ਭਗਵੰਤ ਮਾਨ ਹੋਰੀ ਸਾਰੇ ਵਿਰੋਧੀ ਧਿਰ ਦੇ ਲੀਡਰਾਂ ਨੂੰ ਜਾਂ ਜਿਹੜੇ ਵਿਧਾਨਕਾਰ ਨੇ ਉਹਨਾਂ ਨੂੰ ਗਰਮਜੋਸ਼ੀ ਦੇ ਨਾਲ ਮਿਲਦੇ ਆ। ਇਹ ਉਹਨਾਂ ਦਾ ਬਹੁਤ ਜ਼ਿਆਦਾ ਗੁੱਡਵਿਲ ਜੈਸਚਰ ਮੈਂ ਸਮਝਦਾ ਹੈਗਾ। ਬਿਲਕੁਲ ਜੀ, ਭਾਵੇਂ ਵਿਰੋਧੀ ਧਿਰ ਹੋਣ ਪਰ ਮਿਲਣਾ ਤੇ ਨਾਲ ਚਾਹੀਦਾ, ਕਿਉਂਕਿ ਕੁਲੀਗਸ ਨੇ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਦੇ ਪਏ ਨੇ, ਭਾਵੇਂ ਤੁਹਾਡੇ ਉੱਤੇ ਬਾਜ਼ ਅੱਖ ਰੱਖੀ ਹੋਈ ਹੈ, ਤੁਹਾਡੀਆਂ ਗਲਤੀਆਂ ਨੂੰ ਬਿਲਕੁਲ ਸਭ ਦੇ ਸਾਹਮਣੇ ਰੱਖ ਕੇ ਆਉਂਦੇ ਨੇ ਔਰ ਕ੍ਰਿਟੀਸਾਈਜ਼ ਕਰਦੇ ਨੇ। ਔਰ ਦੂਜੀ ਗੱਲ ਇਹ ਹੈ ਕਿ ਜਿਹੜਾ ਬਜਟ ਦੇ ਵਿੱਚ ਜ਼ਿਆਦਾ ਫੋਕਸ ਕੀਤਾ ਜਾ ਰਿਹਾ, ਜੋ ਸਾਰੀ ਰਿਪੋਰਟਸ ਮਿਲਦੀਆਂ ਪਈਆਂ, ਇੱਕ ਤਾਂ ਸਿਹਤ ਖੇਤਰ ਦੇ ਉੱਤੇ ਤੇ ਵਿਦਿਆ ਸਿੱਖਿਆ ਦੇ ਖੇਤਰ ਦੇ ਉੱਤੇ, ਕਿਉਂਕਿ ਇਹ ਦੋਵੇਂ ਚੀਜ਼ਾਂ ਮੇਨ ਮੰਨ ਕੇ ਤੁਰਦੇ ਪਏ ਨੇ। ਰੋਟੀ ਕੱਪੜਾ ਇਹਦੇ ਤੇ ਵੀ ਉਹਨਾਂ ਨੂੰ ਕੱਲ ਘੇਰਿਆ ਗਿਆ ਪਈ ਤੁਸੀਂ ਦਿੱਲੀ ਮਤਲਬ ਦਿੱਲੀ ਸਰਕਾਰ ਦੇ ਜਿਹੜੇ ਆ ਉਹਨਾਂ ਦੇ ਉਹਨੂੰ 1 ਨੰਬਰ 'ਤੇ ਰੱਖਦੇ ਆ, ਪੰਜਾਬ 1 ਨੰਬਰ 'ਤੇ ਰਿਹਾ। ਪੰਜਾਬ ਸਰਕਾਰ ਨੇ ਉਹ ਜਿਹਨੂੰ ਕਹਿੰਦੇ ਹੁੰਦੇ ਵੀ ਫਿੱਟੇ ਮੂੰਹ ਨਹੀਂ ਕਿਹਾ, ਸਿਫਤ ਸਲਾਹ ਨਹੀਂ ਕੀਤੀ, ਹੈ ਨਾ, ਅਧਿਆਪਕਾਂ ਦੀ। ਤੇ ਇਹਦੇ 'ਤੇ ਵੀ ਘੇਰਦੇ ਘੂਰਦੇ ਰਹੇ ਆ ਕੱਲ। ਖੈਰ ਇਹ ਜਿਹੜੀਆਂ ਵਿਦਿਆ ਤੇ ਮੈਡੀਕਲ ਸੇਵਾਵਾਂ, ਇਹ ਬੇਸਿਕ ਚੀਜ਼ਾਂ ਤਾਂ ਇਹੀ ਆ। ਰੋਟੀ ਕੱਪੜਾ ਮਕਾਨ, ਇਸ ਤੋਂ ਅੱਗੇ 2 ਚੀਜ਼ਾਂ ਇਹ ਨੇ। ਬਿਲਕੁਲ ਬਿਲਕੁਲ। ਸੋ ਜੇ ਇਹੀ ਦੋਵੇਂ ਨਾ, ਦੇਖੋ ਵਿਦਿਆ ਦਾ ਹਾਲ ਸੁਧਰ ਜਾਵੇ, ਵਿਦਿਅਕ ਸੰਸਥਾਵਾਂ ਦਾ ਹਾਲ ਸੁਧਰ ਜਾਵੇ, ਵਿਦਿਆ ਹੁਣ ਆਮ ਜਿਹੜਾ ਗਰੀਬ ਗੁਰਬਾ ਆ ਨਾ, ਉਹਦੀ ਪਹੁੰਚ ਤੋਂ ਪਰੇ ਦੀ ਗੱਲ ਹੋ ਗਈ ਆ। ਗਰੀਬ ਗੁਰਬਾ ਤਾਂ 10ਵੀਂ ਤੱਕ ਸਰਕਾਰੀ ਸਕੂਲ ਦੀ ਫੀਸ ਨਹੀਂ ਦੇ ਸਕਦਾ।
ਅੱਧਿਆਂ ਨਿਆਣਿਆਂ ਦੇ ਬਸਤੇ ਚੁਕਾ ਕੇ ਮਾਸਟਰ ਅੱਜ ਵੀ ਤੋੜ ਦਿੰਦੇ ਆ ਵੀ ਫੀਸ ਲਿਆਓ, ਵਰਦੀ ਨਹੀਂ ਪਾਈ ਕੱਢ ਦੋ ਬਾਹਰ, ਬਹੁਤ ਕੁਝ ਹੋ ਰਿਹਾ, ਠੀਕ ਹੈ, ਬੂਟ ਨਹੀਂ ਪਾ ਕੇ ਆਇਆ ਕੱਢ ਦੋ ਬਾਹਰ ਸਕੂਲੋਂ, ਫੀਸ ਨਹੀਂ ਤਾਂ ਆਪਾਂ ਨੂੰ ਪਤਾ ਹੀ ਆ ਵੀ ਝੋਲਾ ਚੁਕਾ ਕੇ ਮਾਸਟਰ ਜਿਹੜੇ ਆ ਮੈਂ ਪਹਿਲਾਂ ਵੀ ਤੋੜਦੇ ਰਹੇ ਆ ਤੇ ਹੁਣ ਵੀ ਤੋੜਦੇ ਆ। ਉਹ ਬਿਟੀਆ ਦੀ ਗੱਲ ਜਿਹੜੀ ਬਿਟੀਆ ਦੀ ਗੱਲ ਹੈ ਕੀਤੀ ਸੀ, ਤੇ ਉਹ ਰੋਂਦੀ ਆਉਂਦੀ ਆ ਬੱਚੀ। ਬਿਲਕੁਲ, ਦੇਖੋ ਨਾ ਸਾਡਾ ਕਨਸੈਪਟ ਇਹ ਆ ਭਾਰਤ ਦਾ ਕਿ ਸਿੱਖਿਆ ਤੇ ਸਿਹਤ ਸੁਵਿਧਾਵਾਂ ਬਿਲਕੁਲ ਫ੍ਰੀ ਹੋਣੀਆਂ ਚਾਹੀਦੀਆਂ ਜੀ। ਇਹ ਨਾ ਹੋਵੇ ਕਿ ਕੋਈ ਇਲਾਜ ਬਿਨਾ ਮਰ ਜਾਵੇ, ਬਿਲਕੁਲ, ਔਰ ਕੋਈ ਇਹ ਨਾ ਹੋਵੇ ਕਿ ਪੈਸੇ ਨਾ ਹੋਣ ਕਰਕੇ ਉਹ ਪੜ੍ਹ ਨਾ ਸਕੇ। ਬਿਲਕੁਲ, ਇਸ ਕਰਕੇ ਸਿੱਖਿਆ ਤੇ ਸਿਹਤ ਸੁਵਿਧਾਵਾਂ ਬਿਲਕੁਲ ਫ੍ਰੀ ਹੋਣੀਆਂ ਚਾਹੀਦੀਆਂ ਨੇ, ਇਹ ਜੋ ਸਾਡਾ ਕਨਸੈਪਟ ਹੈ। ਦੇਖੋ ਵਿਦੇਸ਼ਾਂ ਵਿੱਚ ਆਮ ਤੌਰ ਤੇ ਇਦਾਂ ਹੀ ਆ, ਇਹ ਦੋਵੇਂ ਚੀਜ਼ਾਂ ਸਭ ਤੋਂ ਮਹਿੰਗੀਆਂ ਨੇ ਜੀ, ਔਰ ਇਹ ਦੋਵੇਂ ਚੀਜ਼ਾਂ ਪ੍ਰਾਈਵੇਟ ਵੱਡੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਹੱਥ ਵਿੱਚ ਨੇ। ਬਿਲਕੁਲ ਬਿਲਕੁਲ। ਆਪ ਤਾਂ ਇਹਨਾਂ ਸਿਆਸਤਦਾਨਾਂ ਦੇ, ਆਗੂਆਂ ਦੇ, ਲੀਡਰਾਂ ਦੇ, ਮੰਤਰੀਆਂ, ਐਮਐਲਏਜ਼ ਦੇ ਨਿਆਣੇ ਵਿਦੇਸ਼ਾਂ 'ਚ ਪੜ੍ਹਦੇ ਆ। ਤੁਸੀਂ ਦੇਖੋ ਚੰਗੇ ਚੰਗੇ ਥਾਵਾਂ ਤੋਂ ਡਿਗਰੀਆਂ ਲੈ ਕੇ ਆਉਂਦੇ ਆ, ਹਸਪਤਾਲ ਕਿੰਨੇ ਫਿਰ ਉਹ ਗਰੀਬਾਂ ਤੇ ਉਹੀ ਮੁੜ ਕੇ ਹੁਕੂਮਤ ਕਰਦੇ ਆ, ਉਹੀ ਅਫਸਰਸ਼ਾਹੀ ਹੁੰਦੀ ਆ। ਹਸਪਤਾਲ ਕਿੰਨੇ ਮਹਿੰਗੇ ਨੇ। ਬਿਲਕੁਲ, ਤੁਸੀਂ ਦੇਖੋ ਇੱਕ ਆਮ ਜਿਹਾ ਹਸਪਤਾਲ ਹੋਏਗਾ ਜਿਹੜਾ ਪ੍ਰਾਈਵੇਟ ਸੈਕਟਰ, ਬਿਲਕੁਲ ਮਿਨੀਮਮ ਖਰਚਾ 10,000 ਰੁਪਏ ਡੇਲੀ। ਬਿਲਕੁਲ, ਹੁਣ ਕੌਣ ਦੇ ਸਕਦਾ? ਮਤਲਬ ਉਸ ਹਿਸਾਬ ਨਾਲ ਦੇਖਿਆ ਜਾਵੇ ਤਾਂ 3 ਲੱਖ ਰੁਪਇਆ ਮਹੀਨਾ। ਜੇ ਕਿਸੇ ਨੂੰ ਰੱਬ ਨਾ ਕਰੇ 5 ਦਿਨ ਰਹਿਣਾ ਪੈ ਗਿਆ, 50,000 ਕਿੱਥੋਂ ਦਊਗਾ? ਇਹ ਤਾਂ ਮੈਂ ਮਿਨੀਮਮ ਨਹੀਂ ਦੇ ਸਕਦਾ ਜੀ। ਮਰੀਜ਼ ਪਿਆ ਹੁੰਦਾ ਤੇ ਡਾਕਟਰ ਕਹਿੰਦੇ ਆ ਪਹਿਲਾਂ ਬਿੱਲ ਤਾਰੋ ਤੇ ਫਿਰ ਡੈਡ ਬੋਡੀ ਪਈ ਹੁੰਦੀ ਆ, ਉਹ ਕਹਿੰਦੇ ਪਹਿਲਾਂ ਬਿੱਲ ਤਾਰੋ, ਔਰ ਮਰੀਜ਼ ਨੂੰ ਛੁੱਟੀ ਨਹੀਂ ਦਿੰਦੇ ਜਦ ਤੱਕ ਬਿੱਲ ਨਹੀਂ ਤਾਰਦੇ। ਜਦੋਂ ਤੁਸੀਂ ਕਿਸੇ ਹੰਗਾਮੇ ਹੁੰਦੇ ਦੇਖਦੇ ਆਪਾਂ, ਬਿਲਕੁਲ ਪੇਸ਼ੈਂਟ ਨੂੰ ਲੈ ਕੇ ਜਾਂਦੇ ਹੋ, ਬਿਲਕੁਲ ਪੇਸ਼ੈਂਟ ਨੂੰ ਲੈ ਕੇ ਜਾਂਦੇ ਹੋ, ਉਹ ਐਡਮਿਟ ਨਹੀਂ ਕਰਦੇ, ਬਿਲਕੁਲ ਇੰਨਾ ਪੈਸਾ ਡਿਪੋਜ਼ਿਟ ਕਰਵਾਓ ਤੇ ਫਿਰ ਦਾਖਲ ਕਰਾਓ। ਐਮਰਜੈਂਸੀ 'ਚ ਲਵਾਂਗੇ ਜਾਂ ਇਹਨਾਂ ਨੂੰ ਅਸੀਂ ਭੇਜਾਂਗੇ, ਜਿਹੜੀ ਉਹ ਸਪੈਸ਼ਲ ਕੇਅਰ ਇੰਟੈਂਸਿਵ ਕੇਅਰ ਹੁੰਦੀ ਹੈ, ICU ਹੁੰਦੀ, ਤਾਂ ਭੇਜਾਂਗੇ, ਪੈਸੇ ਦਿਓ। ਹੁਣ ਬੰਦੇ ਕੋਲ ਪੈਸਾ ਨਹੀਂ, ਉਹ ਮਰੀਜ਼ ਸਹਿਕਦਾ ਪਿਆ, ਉਹਦੇ ਸਵਾਸ ਪਤਾ ਨਹੀਂ ਕਦੋਂ ਪੂਰੇ ਹੋ ਜਾਣ, ਤੇ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ। ਪਰ ਉਹ ਵੀ ਕਹਿੰਦੇ ਅਸੀਂ ਕੀ ਕਰੀਏ, ਮੈਨੇਜਮੈਂਟ ਨੇ ਸਾਨੂੰ ਕਿਹਾ ਹੋਇਆ, ਅਸੀਂ ਨੌਕਰੀ ਕਰਦੇ ਹਾਂ, ਨਹੀਂ ਤਾਂ ਸਾਨੂੰ ਨੌਕਰੀ ਤੋਂ ਕੱਢ ਦੇਣਗੇ। ਉਹ ਇਦਾਂ ਵੀ ਇੱਥੇ ਸੁਣਨ ਚ ਆਉਂਦਾ ਪਈ ਇੰਨੇ ਮਰੀਜ਼ ਜਿਹੜੇ ਆ ਹਾਰਟ ਦੇ, ਇੰਨਿਆਂ ਦੇ ਸਟੈਂਟ ਪਾਓ, ਇੰਨਿਆਂ ਦੀਆਂ ਸਰਜਰੀਆਂ ਕਰੋ ਤੇ BMW ਮਿਲੂ ਤੇ ਢਿਮਕੀ ਗੱਡੀ ਮਿਲੂ। ਬਿਲਕੁਲ, ਮੋਹਾਲੀ, ਚੰਡੀਗੜ੍ਹ ਦੇ, ਜਲੰਧਰ ਦੇ ਹਸਪਤਾਲਾਂ 'ਚ ਮੈਂ ਮਤਲਬ ਨਾਂ ਨਹੀਂ ਲੈਣਾ ਚਾਹੁੰਦਾ ਪਈ, ਜਦੋਂ ਇਸ ਹੱਦ ਤੱਕ ਜਿਹੜਾ ਮਤਲਬ ਬਿਜ਼ਨਸ ਹੋਵੇ ਤਾਂ ਉਹ ਫਿਰ ਆਮ ਜਿਹੜੀ ਮਰਜ਼ ਦਾ ਮਰੀਜ਼ ਵੀ ਜਾਂਦਾ, ਉਹਨੂੰ ਵੀ ਜਿਹੜਾ ਫੜ ਕੇ ਸਰਜਰੀ ਕਰ ਦਿਓ ਹੈ ਨਾ। ਉਹ ਮੈਂ ਇੱਕ ਜਲੰਧਰ ਦੇ ਨਾਮੀ ਹਸਪਤਾਲ 'ਚ ਕੁਦਰਤੀ ਕਿਤੇ ਕਿਸੇ ਦੇ ਨਾਲ ਗਿਆ ਹੋਇਆ ਸੀਗਾ, ਤਾਂ ਬੱਚੇ ਕਿਸੇ ਦੇ ਸੱਟ ਲੱਗੀ ਹੋਈ, ਹਾਂਜੀ, ਖੂਨ ਵਗ ਰਿਹਾ, ਕੋਈ ਉਹਦੇ ਨੁੱਕਰ ਵੱਜ ਗਈ ਕਿਸੇ ਚੀਜ਼ ਦੀ, ਪੇਟੀ ਦੀ ਜਾਂ ਕਸਤੀ। ਉਹ ਕਹਿੰਦੇ ਪਹਿਲਾਂ ਪਰਚੀ ਫਾਈਲ ਬਣਾਓ ਜੀ, ਵੀ ਬੱਚੇ ਦਾ ਪਹਿਲਾਂ ਖੂਨ ਰੋਕਣਾ ਫਰਜ਼ ਹੁੰਦਾ ਹਸਪਤਾਲ ਵਾਲਿਆਂ ਦਾ ਐਮਰਜੈਂਸੀ ਦੇ ਵਿੱਚ, ਜਾਂ ਫਾਈਲ ਬਣਾਉਣਾ ਪਹਿਲਾਂ ਬਣ ਜਾਊਗੀ, ਫਾਈਲ ਤਾਂ ਬਾਅਦ 'ਚ ਵੀ ਬਣ ਜਾਊਗਾ। ਸੋ ਇੰਨੇ ਗੈਰ ਮਤਲਬ ਅਸੰਵੇਦਨਸ਼ੀਲ ਆਪਾਂ ਹੋ ਗਏ ਆ, ਬਹੁਤ ਜ਼ਿਆਦਾ। ਔਰ ਸਾਡੇ ਸਾਹਮਣੇ ਕਿੰਨੇ ਸੰਵੇਦਨਾਹੀਨ ਹੋ ਗਏ ਆਪਾਂ। ਬਿਲਕੁਲ, ਡਾਕਟਰਸ ਦੇ ਖਿਲਾਫ ਵੀ ਕਈ ਵਾਰ ਬੰਦੇ ਖੜੇ ਹੋ ਜਾਂਦੇ ਨੇ, ਕਈ ਵਾਰ ਹਸਪੀਟਲਸ ਦੇ ਖਿਲਾਫ ਖੜੇ ਹੋ ਜਾਂਦੇ ਨੇ, ਕਿਉਂਕਿ ਐਸੀਆਂ ਗੱਲਾਂ ਸਾਹਮਣੇ ਆਉਂਦੀਆਂ ਪਈਆਂ ਜੋ ਕਿ ਬਿਲਕੁਲ ਸ਼ਰਮਨਾਕ ਹੁੰਦੀਆਂ ਨੇ ਕਿ ਮੈਡੀਕਲ ਪ੍ਰੋਫੈਸ਼ਨ, ਕਿਉਂਕਿ ਕਹਿੰਦੇ ਨੇ ਕਿ ਉੱਤੇ ਰੱਬ ਤੇ ਥੱਲੇ ਡਾਕਟਰ ਦੋ ਹੀ। ਮੈਡੀਕਲ ਪ੍ਰੋਫੈਸ਼ਨ ਦੇ ਨਾਲ ਵੀ ਇਦਾਂ ਦੀ ਕਰਪਸ਼ਨ ਜੁੜ ਜਾਵੇ ਜੀ, ਤਾਂ ਨੈਚੁਰਲੀ ਬੰਦਾ ਨੇ ਤੇ ਬੰਦਾ ਕਿੱਥੇ ਜਾਏਗਾ? ਮਰੀਜ਼ ਤੁਸੀਂ ਦੇਖੋ, ਇੱਕ ਬੰਦਾ ਡਾਕਟਰ ਆ, ਮੈਂ ਇੱਕ ਅਜਿਹੇ ਡਾਕਟਰ ਨੂੰ ਜਾਣਦਾ ਸੰਜੀਵ ਜੀ, ਜਿਹੜਾ ਨਾ ਕਹਿ ਲਓ ਵੀ ਰੱਬ ਦਾ ਦੂਜਾ ਰੂਪ। ਰੱਬ ਤਾਂ ਪਤਾ ਨਹੀਂ ਕਿਹੋ ਜਿਹਾ, ਕਿਸੇ ਨੇ ਦੇਖਿਆ ਨਹੀਂ, ਪਰ ਉਹ ਬੰਦਾ ਰੱਬ ਵਰਗਾ ਬੰਦਾ ਆ। ਬਿਲਕੁਲ, ਇੱਥੋਂ ਦੇ ਮੈਡੀਕਲ ਕਾਲਜ ਦਾ ਪ੍ਰੋਫੈਸਰ ਆ। ਉਹ ਕਹਿੰਦੇ ਵੀ ਜਦੋਂ ਮਰੀਜ਼ ਆਉਂਦਾ ਨਾ ਕੋਈ ਵੀ ਉਹਦੇ ਕੋਲ, ਉਹ ਆਪਣਾ ਮਿੱਤਰ ਪਿਆਰਾ, ਉਹ ਜ਼ਰੂਰ ਮਰੀਜ਼ ਨੂੰ ਕਹੂਗਾ ਵੀ ਤੈਨੂੰ ਕੱਖ ਨਹੀਂ ਹੋਇਆ, ਤੁਹਾਨੂੰ ਤਾਂ ਕੁਝ ਹੋਇਆ ਹੀ ਨਹੀਂ ਜੀ। ਉਹ 2 ਲਫ਼ਜ਼ਾਂ ਨਾਲ ਮਰੀਜ਼ ਅੱਧਾ ਠੀਕ ਤਾਂ ਉੱਥੇ ਹੀ ਹੋ ਜਾਂਦਾ ਬੈਠਾ, ਅੱਧਾ ਕਿ ਦਰਵਾਜ਼ਿਓਂ ਬਾਹਰ ਨਿਕਲਦਾ ਹੋ ਜਾਂਦਾ ਵੀ ਮੈਨੂੰ ਕੁਝ ਨਹੀਂ ਹੋਇਆ, ਡਾਕਟਰ ਨੇ ਕਿਹਾ ਤੂੰ ਠੀਕ ਹੋ ਜਾਣਾ। ਉਹ ਕਹਿੰਦਾ ਉਹ ਵੀ ਤਾਂ ਜ਼ਮਾਨਾ ਸੀਗਾ ਵੀ ਜਦੋਂ ਨਬਜ਼ ਦੇਖ ਕੇ ਮਰਜ਼ ਦੱਸਦੇ ਸੀ ਹਕੀਮ, ਦਵਾਈ ਦਾਰੂ ਦਿੰਦੇ ਸੀ ਤਾਂ ਠੀਕ ਹੋ ਜਾਂਦੇ ਸੀ, ਹੈ ਨਾ। ਹੁਣ ਕਹਿੰਦਾ ਸਾਡੇ ਕੋਲ ਮਰੀਜ਼ ਆਉਂਦਾ, ਅਸੀਂ 20 ਉਹਦੇ ਟੈਸਟ ਲਿਖ ਦਿੰਦੇ ਹਾਂ, ਹੈ ਨਾ। ਉਹ ਬਿਮਾਰੀ ਕੋਈ ਨਿਕਲੇ ਚਾਹੇ ਨਾ ਨਿਕਲੇ, ਉਹ ਟੈਸਟਾਂ ਦੇ ਮਤਲਬ ਪੈਸੇ ਭਰਦਾ ਜਿਹੜਾ ਮਰੀਜ਼, ਉਹ ਅੱਧਾ ਰਹਿ ਜਾਂਦਾ। ਦੇਖੋ ਕਈ ਬਜ਼ੁਰਗ ਦੱਸਦੇ ਨੇ ਜੀ, ਇੱਕ ਤੁਸੀਂ ਦੱਸਿਆ ਨਾ ਨਬਜ਼ ਦੇਖ ਕੇ, ਹਾਂਜੀ, ਦੱਸ ਦਿੰਦੇ ਸੀ ਪੁਰਾਣੇ ਵੈਦ ਜੀ। ਇੱਕ ਲਾਹੌਰ ਦੇ ਵਿੱਚ ਹੁੰਦੇ ਸੀ, ਪਾਰਟੀਸ਼ਨ ਤੋਂ ਪਹਿਲਾਂ ਦੀ, ਬਟਵਾਰੇ ਤੋਂ ਪਹਿਲਾਂ ਦੀ ਗੱਲ ਹੈ, ਵੰਡ ਤੋਂ ਪਹਿਲਾਂ ਦੀ ਗੱਲ ਆ ਜੀ। ਉਹਨਾਂ ਦਾ ਨਾਮ ਸੀ ਡਾਕਟਰ ਬੇਲੀ ਰਾਮ। ਅੱਛਾ ਜੀ। ਕਹਿੰਦੇ ਉਹ ਬੜੇ ਮਸ਼ਹੂਰ ਸੀ ਡਾਕਟਰ ਬੇਲੀ ਰਾਮ। ਅੱਛਾ ਜੀ। ਉਸ ਜ਼ਮਾਨੇ 'ਚ ਉਹਨਾਂ ਦੀ ਫੀਸ ਹੁੰਦੀ ਸੀ 5 ਰੁਪਏ। ਬੱਲਾ ਜਦੋਂ 5 ਰੁਪਏ ਤਾਂ ਕਈਆਂ ਦੀ ਤਨਖਾਹ ਸੀ, ਉਦੋਂ ਫੀਸ ਹੁੰਦੀ ਸੀ ਉਹਨਾਂ ਦੀ। ਤੇ ਇੱਕ ਦਿਨ ਹਫਤੇ ਦੇ ਵਿੱਚ ਉਹ ਫ੍ਰੀ ਦੇਖਦੇ ਹੁੰਦੇ ਸੀ।
ਅੱਛਾ, ਇਹ ਵੀ ਸੀ। ਬਾਕੀ 6 ਦਿਨ ਸੰਡੇ ਨੂੰ ਤਾਂ ਜਿਹੜੀ ਛੁੱਟੀ ਕਰਨੀ ਉਹ ਕਰਨੀ ਜੀ 5 ਦਿਨ ਉਹਨਾਂ ਨੇ ਪੈਸੇ ਲੈਣੇ, 1 ਦਿਨ ਫ੍ਰੀ। ਔਰ ਦੂਸਰੇ ਦਿਨਾਂ ਵਿੱਚ ਵੀ ਦੁਪਹਿਰ ਨੂੰ 1 ਘੰਟਾ ਗਰੀਬਾਂ ਵਾਸਤੇ ਫ੍ਰੀ। ਡਾਕਟਰ ਬੇਲੀ ਰਾਮ। ਤੇ ਜੇ ਕੋਈ ਉੱਥੇ ਆ ਜਾਂਦਾ ਕੋਈ ਅਮੀਰ ਘਰ ਦਾ, ਜੀ ਐਮਰਜੈਂਸੀ ਹੋ ਜਾਂਦੀ ਜੀ ਤੇ ਜਦੋਂ ਉਹ ਟਾਈਮ ਚੱਲਦਾ ਹੁੰਦਾ ਜਦੋਂ ਗਰੀਬਾਂ ਦਾ ਫ੍ਰੀ ਹੈ ਤੇ ਉਹਨਾਂ ਨੇ ਉਹਦੇ ਕਹਿੰਦੇ ਨੇ ਹਾਂਜੀ ਮੈਂ ਕਿਉਂ ਪੈਸੇ ਕਮਾ ਲਵਾਂ, ਇਹੀ ਮੌਕਾ ਮਿਲਿਆ ਤੁਹਾਨੂੰ ਫ੍ਰੀ ਜਾ ਕੇ ਇਲਾਜ ਕਰਵਾਉਣ ਦਾ। ਉਹਨੇ ਵੀ ਸ਼ਰਮਸਾਰ ਹੋ ਜਾਣਾ ਕਿ ਨਹੀਂ ਡਾਕਟਰ ਸਾਹਿਬ ਤੁਸੀਂ ਪੈਸੇ ਲੈ ਲਓ, ਜੀ ਐਮਰਜੈਂਸੀ ਹੋ ਗਈ ਸੀ। ਅੱਛਾ, 1 ਦਿਨ ਫ੍ਰੀ ਦੇਖਦੇ ਸੀ? 1 ਦਿਨ ਹਫਤੇ 'ਚ ਫ੍ਰੀ ਜੀ, ਤੇ ਰੋਜ਼ 1 ਘੰਟਾ ਫ੍ਰੀ। ਅੱਛਾ, ਰੋਜ਼ 1 ਘੰਟਾ ਫ੍ਰੀ ਤੇ ਹਫਤੇ 'ਚ 1 ਦਿਨ, ਹਫਤੇ 'ਚ 1 ਦਿਨ ਤੇ ਉਦਾਂ 5 ਰੁਪਏ। ਹਾਂਜੀ, ਤੇ ਇਹ ਸੀ ਉਹਨਾਂ ਦਾ ਮਤਲਬ ਸਾਰਾ ਤਰੀਕਾ। ਔਰ ਨਬਜ਼ ਦੇਖ ਕੇ ਸਭ ਕੁਝ ਦੱਸਦੇ ਸੀ। ਕਿੱਥੋਂ ਲੱਭ ਕੇ ਲਿਆਈਏ ਉਦਾਂ ਦੇ ਡਾਕਟਰ? ਤੇ ਮੇਰੇ ਬਜ਼ੁਰਗ ਦੱਸਦੇ ਸੀ, ਕਹਿੰਦੇ ਇੱਕ ਵਾਰੀ ਕੀ ਹੋਇਆ ਕਿ ਇੱਕ ਛੋਟੀ ਜਿਹੀ ਬੱਚੀ ਮਤਲਬ 6 ਮਹੀਨੇ ਦੀ ਹੋਣੀ, ਮਾਂ ਦਾ ਦੁੱਧ ਪੀਂਦੀ ਹੈ ਜੀ, ਤੇ ਉਹਨੂੰ ਲੈ ਕੇ ਆਏ ਨੇ ਤੇ ਉਹਨੇ ਪੇਟ ਦੇਖਿਆ ਬੱਚੀ ਦਾ ਤੇ ਕਹਿੰਦਾ ਮਾਂ ਕਿੱਥੇ ਹੈ ਇਹਦੀ? ਕਹਿੰਦੇ ਨਾਲ ਆਈ ਹੋਈ। ਕਹਿੰਦੇ ਬੁਲਾਇਆ, ਬਿਠਾ ਲਿਆ। ਕਹਿੰਦੇ ਪੁੱਤ ਦੇਖ, ਬੱਚੀ ਨੂੰ ਦੇਖ ਕੇ ਤੁਰਨਾ ਹੈ, ਮਾਂ ਬਣ ਗਈ ਹੈ ਨਾ, ਸੱਸ ਗਈ ਹੋਣੀ ਹੈ ਬਾਹਰ ਤੇ ਤੇਰਾ ਲੱਗ ਗਿਆ ਦਾ ਤੇ ਘਰ ਪਏ ਹੋਣਗੇ ਦਹੀਂ ਭੱਲੇ ਤੇ ਤੂੰ ਖਾ ਲੈ ਦਹੀਂ ਭੱਲੇ ਜੀ, ਤੇ ਹੁਣ ਧੀ ਨੂੰ ਪਿਲਾ ਦਿੱਤਾ ਦੁੱਧ ਆਪਣਾ ਜੀ। ਦੇਖ ਹੁਣ ਇਹਦੇ ਢਿੱਡ 'ਚ ਨਾ ਉਹ ਗੱਠਾਂ ਬਣ ਗਈਆਂ ਜੀ, ਤੇ ਆਹ ਦਵਾਈ ਲਵੋ ਤੇ ਜੇ ਨਾ ਭੱਲੇ ਨਿਕਲੇ ਤੇ ਮੈਨੂੰ ਆ ਕੇ ਪੁੱਛ ਲਈ। ਜੀ, ਵਾਕਈ ਜਦੋਂ ਬੱਚੇ ਨੇ ਪੇਟ ਕਲੀਅਰ ਹੋਇਆ ਤੇ ਉਹ ਭੱਲੇ ਨਿਕਲੇ। ਜੀ, ਕਹਿੰਦੇ ਦੇਖੋ ਮਾਂ ਬਣਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ। ਹੁਣ ਦੱਸੋ ਉਹ ਢਿੱਡ ਨੂੰ ਹੱਥ ਲਾ ਕੇ ਤੇ ਨਬਜ਼ ਦੇਖ ਕੇ ਡਾਕਟਰ ਮਰਜ਼ ਦੱਸ ਇੰਨੇ ਸਿਆਣੇ ਹੁੰਦੇ ਸੀ ਜੀ। ਇਹ ਸਾਡੇ ਬਜ਼ੁਰਗ ਬੈਠੇ ਨੇ ਇਦਾਂ ਦੇ ਜੋ ਦੱਸਦੇ ਨੇ ਕਿ ਕਿਸੇ ਵਕਤ ਇਦਾਂ ਹੁੰਦਾ ਸੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਇੰਨਾ ਕੁਝ ਇਦਾਂ ਦੇਖ ਲੈਂਦੇ ਸੀ। ਔਰ ਅੱਜ ਦੇ ਡਾਕਟਰ ਠੀਕ ਹੈ ਬਹੁਤ ਟੈਸਟ ਨੇ, ਸਾਇੰਸ ਬਹੁਤ ਤਰੱਕੀ ਕਰ ਗਈ ਹੈ, ਬਹੁਤ ਵਧੀਆ ਗੱਲ ਹੈ, ਪਰ ਕਿਤੇ ਨਾ ਕਿਤੇ ਇਲਾਜ ਇੰਨਾ ਸਸਤਾ ਜ਼ਰੂਰ ਹੋਣਾ ਚਾਹੀਦਾ ਹੈ ਜਿਹੜਾ ਆਮ ਗਰੀਬ ਗੁਰਬੇ ਦੀ ਪਹੁੰਚ ਅੰਦਰ ਹੋਵੇ। ਠੀਕ ਹੈ ਨਾ, ਭਾਵੇਂ ਉਹਨਾਂ ਦੀ 5 ਰੁਪਏ ਫੀਸ ਸੀ ਪਰ ਰੋਜ਼ 1 ਘੰਟਾ ਫ੍ਰੀ ਵੀ ਤਾਂ ਰੱਖਿਆ ਹੋਇਆ, ਹਫਤੇ 'ਚ 1 ਦਿਨ ਵੀ ਤਾਂ ਫ੍ਰੀ ਰੱਖਿਆ ਹੋਇਆ, ਪੂਰਾ ਦਿਨ ਫ੍ਰੀ ਜੀ। ਤੇ ਕਹਿੰਦੇ ਉਹ ਆਪਣੀ ਮਾਂ ਦੀ ਬੜੀ ਸੇਵਾ ਕਰਦੇ ਸੀ ਜੀ। ਜਦੋਂ ਥੱਲੇ ਬੈਠੇ ਹੋਣਾ ਡਾਕਟਰ ਸਾਹਿਬ ਨੇ ਕਲੀਨਿਕ 'ਚ, ਮਾਂ ਨੇ ਆਵਾਜ਼ ਮਾਰਨੀ ਆਇਆ ਮਾਤਾ ਜੀ, ਭੱਜ ਕੇ ਜਾਣਾ ਤੇ ਮਾਂ ਦੀ ਬੜੀ ਸੇਵਾ ਕਰਦੇ ਸੀ। ਇਹ ਸੰਸਕਾਰ ਹੁੰਦੇ ਨੇ ਜੀ, ਬਿਲਕੁਲ। ਸੋ ਗੱਲ ਇਹ ਆ ਕਿ ਠੀਕ ਹੈ ਬਜਟ ਦੇ ਵਿੱਚ ਸਿਹਤ ਸੁਵਿਧਾਵਾਂ ਦੇ ਉੱਤੇ ਤੇ ਸਿੱਖਿਆ ਦੇ ਉੱਤੇ ਖਾਸ ਕੇਂਦਰਿਤ ਧਿਆਨ ਹੈ ਸਾਡੇ ਸੀਐਮ ਸਾਹਿਬ ਦਾ ਔਰ ਪੂਰੀ ਵਜ਼ਾਰਤ ਦਾ। ਇਹ ਬਹੁਤ ਵਧੀਆ ਗੱਲ ਹੈ। ਇਹ ਦੋਵੇਂ ਸੈਕਟਰਸ ਨੂੰ ਬਹੁਤ ਜ਼ਿਆਦਾ ਤਵੱਜੋ ਦੇਣ ਦੀ ਲੋੜ ਹੈ ਕਿਉਂਕਿ ਜਿਸ ਦੇਸ਼ ਦਾ ਸਾਰਾ ਆਧਾਰ ਲੋਕਤੰਤਰ ਹੋਵੇ ਤਾਂ ਲੋਕਤੰਤਰ ਦਾ ਆਧਾਰ ਸਿੱਖਿਆ ਹੋਏਗੀ ਤੇ ਸਿਹਤ ਹੋਏਗੀ। ਜੇ ਸਿਹਤ ਵਾਲੇ ਲੋਕ ਹੋਣਗੇ ਤਾਂ ਹੀ ਸਰਕਾਰ ਦਾ ਸਾਥ ਦੇਣਗੇ, ਤਾਂ ਹੀ ਸਰਕਾਰ ਚੱਲੂਗੀ। ਤੇ ਜੇ ਸਿੱਖਿਅਤ ਹੋਣਗੇ ਤਾਂ ਹੀ ਉਹ ਇੱਕ ਵਧੀਆ ਨਾਗਰਿਕ ਬਣ ਕੇ ਸਰਕਾਰ ਦਾ ਸਾਥ ਦੇ ਸਕਣਗੇ। ਬਿਲਕੁਲ। ਸੋ ਇੱਕ ਸਟੇਟਮੈਂਟ ਵੀ ਆਈ ਆ ਜਾਂਦੇ ਹਾਂਜੀ ਜੀ ਸਿੱਧੂ ਮੂਸੇਵਾਲਾ ਸਾਹਿਬ ਦੇ ਕੇਸ ਦੇ ਵਿੱਚ ਪ੍ਰਮੋਦ ਬਾਨ ਹੋਰੀ ਪ੍ਰੈਸ ਕਾਨਫਰੰਸ ਕੀਤੀ ਆ। ਉਹ ਪੱਤਰਕਾਰਾਂ ਦੇ ਰੂਬਰੂ ਹੋਏ ਆ। ਉਹਨਾਂ ਨੇ ਪੱਤਰਕਾਰਾਂ ਦਾ ਸਵਾਲ ਸੀਗਾ ਵੀ ਲਾਰੈਂਸ ਬਿਸ਼ਨੋਈ ਦਾ ਕੀ ਰੋਲ ਸੀਗਾ, ਹੈ ਨਾ। ਹਾਂਜੀ। ਸੋ ਉਹਨਾਂ ਨੇ ਕਿਹਾ ਵੀ ਦੇਖੋ ਗੱਲ ਜਿਹੜੀ ਆ ਇਹ ਸਾਰੀ ਸਾਜ਼ਿਸ਼ ਉੱਤੋਂ ਹੀ ਸ਼ੁਰੂ ਹੋਈ ਆ ਤੇ ਉੱਤੋਂ ਹੀ ਖਤਮ ਹੋਈ ਆ। ਉਹਨੇ ਇਹ ਸਾਜ਼ਿਸ਼ ਰਚੀ ਆ ਤੇ ਉਹਨੇ ਇਹਨੂੰ ਅੰਜਾਮ ਦਿੱਤਾ ਹੈਗਾ। ਸੋ ਇਹ ਵੱਡੀ ਗੱਲ ਆ। ਤੇ ਲਾਰੈਂਸ ਬਿਸ਼ਨੋਈ ਇਸ ਵੇਲੇ ਪੰਜਾਬ ਪੁਲਿਸ ਦੀ ਗ੍ਰਿਫਤ ਵਿੱਚ ਆ, ਉੱਥੇ ਪ੍ਰੋਡਕਸ਼ਨ ਫਰੰਟ ਤੇ ਲਿਆਂਦਾ ਹੋਇਆ ਜੀ। ਤਾਂ ਦੇਖੋ ਜੇ ਤਿਹਾੜ, ਸੋਚਣ ਵਾਲੀ ਗੱਲ ਤਾਂ ਇਹ ਆ ਵੀ ਤਿਹਾੜ ਜੇਲ੍ਹ ਵਰਗੀ ਹਾਈ ਸਿਕਿਉਰਿਟੀ ਜੇਲ੍ਹ ਜਿਹੜੀ ਦੇਸ਼ ਦੀ ਰਾਜਧਾਨੀ ਦੇ ਵਿੱਚ ਹੋਵੇ ਤਾਂ ਉੱਥੇ ਇੱਕ ਬੰਦਾ ਅੰਦਰ ਬੈਠਾ ਸਾਜ਼ਿਸ਼ਾਂ ਰਚੀ ਜਾਵੇ, ਬਾਹਰ ਬੈਠਿਆਂ ਨੂੰ ਮਰਵਾਈ ਜਾਵੇ, ਧਮਕੀਆਂ ਭਰੇ ਫੋਨ ਦੇਵੇ, ਫਰੌਤੀਆਂ ਮੰਗੇ, ਤਾਂ ਅਧਿਕਾਰੀ ਕੀ ਕਰਦੇ ਪਏ ਆ? ਕਿਉਂ ਨਹੀਂ ਉਹਨਾਂ ਦੀ ਜ਼ਿੰਮੇਵਾਰੀ ਮਿੱਥੀ ਜਾਂਦੀ ਨਾਲ ਦੀ ਨਾਲ? ਉਹ ਵੀ ਉਨੇ ਹੀ ਦੋਸ਼ੀ ਨੇ। ਪਹਿਲੀ ਗੱਲ ਇਹ ਹੈ ਕਿ ਇਹ ਬਾਹਰ ਆਪਣੇ ਸਾਰੇ ਨੈਟਵਰਕ ਚਲਾ ਰਿਹਾ। ਕਿੱਦਾਂ ਚਲਾਉਂਦਾ? ਇਹਦੇ ਕੋਲ ਕਮਿਊਨੀਕੇਸ਼ਨ ਦਾ ਆਪਣਾ ਭਰਾ ਭੇਜ ਦਿੱਤਾ ਵਿਦੇਸ਼। ਦੇਖੋ ਫਰਜ਼ੀ ਪਾਸਪੋਰਟ ਤੇ ਉਹਦਾ ਇੱਕ ਸਾਥੀ ਵੀ, 2 ਜਣੇ ਬਾਹਰ ਨੂੰ ਤੋੜ, ਮਤਲਬ ਉਹਦੇ ਕੋਲ ਇਹ ਸਾਰੇ ਸਾਧਨ ਕਿੱਥੋਂ ਆਉਂਦੇ ਨੇ? ਇਹ ਕਮਿਊਨੀਕੇਸ਼ਨ ਕਿਵੇਂ ਕਰਦਾ ਹੈ, ਇੱਕ ਸੰਪਰਕ ਕਿਵੇਂ ਕਰਦਾ ਲੋਕਾਂ ਦੇ ਨਾਲ, ਔਰ ਇਹ ਆਪਣੇ ਮੈਸੇਜ ਕਿਵੇਂ ਪਹੁੰਚਾਉਂਦਾ ਉਹਨਾਂ ਤੱਕ ਵੀ ਮੈਂ ਕੀ ਕਰਨਾ ਚਾਹੁੰਦਾ। ਮੇਰੀ ਚਾਚੇ ਤਾਂ ਜਿਹੜੇ ਅਧਿਕਾਰੀ ਆ ਜੇਲ੍ਹ ਦੇ ਉਹ ਵੀ ਉਨੇ ਜ਼ਿੰਮੇਵਾਰ ਆ ਇਹਨਾਂ ਸਾਜ਼ਿਸ਼ਾਂ ਦੇ ਵਿੱਚ। ਕਿਉਂ ਨਹੀਂ? ਕਿਉਂਕਿ ਉਹਨਾਂ ਦੀ ਕੋਤਾਹੀ ਹੈ, ਉਹਨਾਂ ਦੀ ਕੋਤਾਹੀ ਆ। ਬਿਲਕੁਲ। ਸੋ ਇਹ ਜ਼ਿੰਮੇਵਾਰੀ ਮਿੱਥਣ ਵਾਲਾ ਟ੍ਰੈਂਡ ਜਿਹੜਾ ਉਹ ਆਪਣੇ ਕਦੋਂ ਸ਼ੁਰੂ ਹੋਏਗਾ? ਮੈਂ ਤਾਂ ਹੈਰਾਨ ਹੁੰਦਾ। ਦੇਖੋ ਕਿੰਨੇ ਹੌਸਲੇ ਵਧੇ ਹੋਏ ਨੇ। ਫਗਵਾੜਾ ਦੇ ਵਿੱਚ ਪੁਲਿਸ ਪਾਰਟੀ ਦੇ ਉੱਤੇ ਫਾਇਰਿੰਗ ਹੋ ਗਈ। ਆ ਮਹਿੜੂ ਵਾਲੇ ਮੋੜ ਤੇ ਲਵਲੀ ਯੂਨੀਵਰਸਿਟੀ ਦੇ ਬਿਲਕੁਲ ਲਾਗੇ ਦੀ ਗੱਲ ਆ ਇਹ। ਫਾਇਰਿੰਗ ਹੋ ਜਾਂਦੀ ਜੀ।
ਹੁਣ ਦੱਸੋ ਪੁਲਿਸ ਵੀ ਔਰ ਸੁਰੱਖਿਅਤ ਫਿਰ ਨਹੀਂ ਆ, ਬੰਦਾ ਦੌੜ ਜਾਂਦਾ 8-10 ਰਾਉਂਡਸ ਲਾਉਂਦਾ ਹੈ। ਮਤਲਬ ਪੁਲਿਸ ਦੇ ਇੰਨੀ ਨਫਰੀ ਆ ਤੇ ਉਹ ਬੰਦਾ ਇਕੱਲਾ ਹੀ ਦੌੜ ਜਾਂਦਾ ਕਾਰ ਲੈ ਕੇ। ਤੁਸੀਂ ਦੇਖੋ ਇਹ ਵੀ ਹੈਰਾਨੀ ਦੀ ਗੱਲ ਆ। ਹੁਣ ਪੁਲਿਸ ਵੀ ਸੁਰੱਖਿਅਤ ਨਹੀਂ ਹੈ, ਪੁਲਿਸ ਨੂੰ ਆਪਣੀ ਸੁਰੱਖਿਆ ਵਾਸਤੇ ਕੋਈ ਹੋਰ ਕਮਾਂਡੋ ਰੱਖਣੇ ਪੈਣਗੇ। ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਆਮ ਬੰਦਾ ਕਿੱਥੇ ਜਾਏਗਾ। ਹਾਂਜੀ। ਸੋ ਇਹ ਗੈਂਗਸਟਰਸ ਔਰ ਇੰਨਾ ਜ਼ਿਆਦਾ ਮਤਲਬ ਉਹਨਾਂ ਦਾ ਹੋਲਡ ਹੋ ਚੁੱਕਾ ਹੈ ਔਰ ਇੰਨੀ ਹਿੰਮਤ ਪੈ ਚੁੱਕੀ ਹੈ ਪੁਲਿਸ ਉੱਤੇ ਫਾਇਰਿੰਗ। ਔਰ ਕਈ ਜ਼ਮਾਨਾ ਹੁੰਦਾ ਸੀ ਕਹਿੰਦੇ ਸੀ ਪੁਲਿਸ ਦੀ ਵਰਦੀ ਵਾਲਾ ਜੇ ਪਿੰਡ 'ਚ ਆ ਜਾਂਦਾ ਇੱਕ ਬੰਦਾ ਹਵਲਦਾਰ ਹੀ ਆ ਜਾਂਦਾ, ਬਿਲਕੁਲ ਬਿਲਕੁਲ, ਸਭ ਦੇ ਸਾਹ ਸੁੱਕੇ ਹੁੰਦੇ। ਉਹ ਹੌਲਦਾਰ ਆਏ ਤੇ ਹੀ ਮਤਲਬ ਨਿਆਣੇ ਡਰ ਜਾਂਦੇ ਸੀ ਪੁਲਿਸ ਤੋਂ ਵੀ, ਯਾਰ ਪੁਲਿਸ ਆ ਗਈ ਹੈ ਨਾ, ਡੰਡਾ ਫੜਿਆ ਹੁੰਦਾ ਸੀਗਾ, ਬੰਦੂਕਾਂ ਵੀ ਨਹੀਂ ਸੀ ਹੁੰਦੀਆਂ। ਤੇ ਉਹ ਪੁਲਿਸ ਪਾਰਟੀ ਦੇ ਉੱਤੇ ਅੱਜ ਫਾਇਰਿੰਗ ਹੋ ਰਹੀ ਹੈ। ਬਿਲਕੁਲ। ਔਰ ਦੇਖੋ ਪੰਜਾਬ ਦਾ ਸਾਰਾ ਮਾਹੌਲ ਕੀ ਬਣਿਆ ਪਿਆ। ਹਮੇਸ਼ਾ ਅਸੀਂ ਅਮਨ ਨਾਲ ਜਿਉਣ ਵਾਲੇ ਲੋਕ, ਔਰ ਇੱਥੇ ਇੰਨੇ ਜ਼ਿਆਦਾ ਪ੍ਰੈਸ਼ਰ ਨੇ ਔਰ ਇੰਨੇ ਪ੍ਰੈਸ਼ਰ ਕਿ ਸਾਨੂੰ ਇਹ ਨਹੀਂ ਪਤਾ ਕਿ ਕਿਸ ਵਕਤ ਕਿੱਥੋਂ ਕਿੱਥੇ ਗੋਲੀ ਚੱਲ ਜਾਏਗੀ, ਕਿੱਥੇ ਫਾਇਰਿੰਗ ਹੋ ਜਾਏਗੀ, ਕਿਹਨੂੰ ਫੋਨ ਆ ਜਾਏਗਾ ਧਮਕੀ ਭਰਿਆ, ਕਿਹਨੂੰ ਜਾਨੋਂ ਮਾਰਨ ਦੀ ਧਮਕੀ ਮਿਲੇਗੀ, ਕਿਤੋਂ ਫਿਰੌਤੀ ਲਿੱਤੀ ਜਾਵੇਗੀ। ਮਤਲਬ ਇੰਨਾ ਜ਼ਿਆਦਾ ਇਨਸਿਕਿਉਰ ਹੋ ਚੁੱਕਾ ਮਾਹੌਲ ਕਿ ਕਿਸੇ ਨਾਲ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ। ਇੱਥੋਂ ਤੱਕ ਕਿ ਮੰਤਰੀਆਂ ਨੂੰ ਵੀ ਧਮਕੀਆਂ ਭਰੇ ਫੋਨ ਆਉਂਦੇ। ਬਿਲਕੁਲ ਬਿਲਕੁਲ। ਮੰਤਰੀ ਸਾਬਕਾ ਡਿਪਟੀ ਸੀਐਮ ਸੋਨੀ ਹੁਣੀ ਆ, ਸੋਨੀ ਸਾਹਿਬ ਨੂੰ ਉਹਨਾਂ ਨੂੰ ਆ ਚੁੱਕਾ ਹੈ ਨਾ। ਸੋ ਆਮ ਬੰਦਾ ਜਿਹੜਾ ਇੰਨੀ ਹਿੰਮਤ ਹੈ, ਆਮ ਬੰਦੇ ਦੀ ਤਾਂ ਕੋਈ ਵਕਤ ਹੀ ਨਹੀਂ ਰਹਿ ਗਈ। ਆਮ ਬੰਦੇ ਦੀ ਕੋਈ ਮਤਲਬ ਹੋਣੀ ਜਿਹੜੀ ਆ ਉਹਦੇ ਨਾਲ ਤਾਂ ਕੋਈ ਵੀ ਖੇਡ ਸਕਦਾ ਹੈ। ਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਂਦੇ ਨੇ ਅਸੀਂ ਜ਼ਿੰਮੇਵਾਰੀ ਲੈ ਰਹੇ ਹਾਂ। ਬਿਲਕੁਲ ਬਿਲਕੁਲ। ਇੰਨੇ ਨਿਧੜਕਿਆ, ਇੰਨੇ ਨਿਡਾਰਿਆ, ਬੇਖੌਫ ਨੇ। ਔਰ ਯੂਥ ਕਹਿੰਦੀ ਹੈ ਕਿ ਸ਼ਾਇਦ ਇਹੀ ਹੀਰੋਇਜ਼ਮ ਆ। ਹਾਂ ਬਿਲਕੁਲ ਬਿਲਕੁਲ। ਇਹ ਸਾਡੇ ਆਈਡੀਅਲ ਬਣ ਗਏ ਨੇ। ਬਿਲਕੁਲ। ਦੱਸੋ ਹੁਣ ਇਹ ਆਈਕਨ ਹੋਣਗੇ ਯੂਥ ਦੇ। ਔਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਠੀਕ ਹੈ ਅਸੀਂ ਇਸ ਸਾਰੇ ਸਿਸਟਮ ਨੂੰ ਜੋ ਇਹ ਗੈਂਗਸਟਰਵਾਦ ਚੱਲਦਾ ਪਿਆ ਇਹਨੂੰ ਨਜਿੱਠਣ ਵਾਸਤੇ, ਇਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਕੋਸ਼ਿਸ਼ ਜ਼ਰੂਰ ਕਰ ਰਹੇ ਹਾਂ। ਬਿਲਕੁਲ। ਔਰ ਇਹਨਾਂ ਨੂੰ ਮੁੜ ਤੋਂ ਮੇਨ ਸਟ੍ਰੀਮ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਹਾਂ ਜਿਹੜੇ ਬਹੁਤ ਦੂਰ ਨਿਕਲ ਚੁੱਕੇ ਨੇ ਉਹਦਾ ਫਿਰ ਕਾਨੂੰਨ ਫੈਸਲਾ ਕਰੇਗਾ ਕਿ ਕੀ ਕਰਨਾ ਤੇ ਕੀ ਨਹੀਂ ਕਰਨਾ। ਕਈ ਵਾਰੀ ਫਿਰ ਮੁੜਨਾ ਵੀ ਮੁਸ਼ਕਲ ਹੋ ਜਾਂਦਾ ਕਿਉਂਕਿ ਜਿਹੜੀਆਂ ਰਾਹਾਂ ਨੇ ਇਹ ਬੜੀਆਂ ਖਤਰਨਾਕ ਰਾਹਾਂ ਨੇ। ਬਿਲਕੁਲ। ਔਰ ਜਿੱਥੇ ਬਾਕੀਆਂ ਵਾਸਤੇ ਖਤਰਾ ਨੇ, ਇਹਨਾਂ ਦੀ ਆਪਣੀ ਜਾਨ ਵੀ ਖਤਰੇ 'ਚ ਹੀ ਹੈ। ਕਿਹੜੀ ਖਤਰੇ 'ਚ ਨਹੀਂ ਹੈ। ਸੋ ਇੱਕ ਇਹ ਮਾਹੌਲ ਹੈ, ਇਹ ਵੀ ਚੱਲਦਾ ਪਿਆ। ਤੇ ਨਾਲ ਇੱਕ ਆਪਾਂ ਗੱਲ ਕਰਨਾ ਚਾਹਾਂਗੇ ਕਿ ਜੋ ਗੁਜਰਾਤ ਦੇ ਦੰਗੇ ਹੋਏ ਸੀ ਉਹਦੇ 'ਚ ਆਪਣੇ ਜੋ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਉਹਨਾਂ ਨੂੰ ਕਲੀਨ ਚਿੱਟ ਮਿਲ ਗਈ ਹੈ। ਹਾਂਜੀ, ਸੁਪਰੀਮ ਕੋਰਟ ਨੇ ਉਹਨਾਂ ਨੂੰ ਕਿਹਾ ਵੀ ਇਹਨਾਂ ਦਾ ਕੋਈ ਕਸੂਰ ਨਹੀਂਗਾ। ਹਾਂਜੀ। ਤੇ ਜਿਹੜਾ ਸਿੱਟ ਦਾ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੀ ਉਹ ਜਿਹੜੀ ਆ ਉਹਦੀ ਸ਼ਲਾਘਾ ਕੀਤੀ ਆ ਸੁਪਰੀਮ ਕੋਰਟ ਨੇ। ਸੋ ਕਿਉਂਕਿ ਸੁਪਰੀਮ ਕੋਰਟ ਦਾ ਫੈਸਲਾ ਆ, ਪ੍ਰਧਾਨ ਮੰਤਰੀ ਜਿਹੜੇ ਆ ਉਹਨਾਂ ਤੇ ਇਲਜ਼ਾਮ ਸੀਗਾ, ਤਾਂ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ। ਕਹਿੰਦੇ ਹੁੰਦੇ ਵੀ ਚੁੱਪ ਹੀ ਭਲੀ ਆ। ਚੁੱਪ ਹੀ ਭਲੀ ਆ। ਤੇ ਇੱਕ ਚੁੱਪ 100 ਸੁੱਖ। ਤੇ ਦੂਸਰਾ ਅਰਜੀ ਕਹਿੰਦੇ ਆ ਵੀ ਅਰਜੀ ਹੁਣ ਐਵੇਂ ਨਾ ਮਤਲਬ ਹੋਰ ਮੰਤਵਾਂ ਲਈ ਇਹ ਜਿਹੜੀ ਆ ਰਿਵਿਊ ਪਟੀਸ਼ਨ ਦਾਖਲ ਕੀਤੀ ਗਈ, ਇਹਦਾ ਕੋਈ ਬਣਦਾ ਨਹੀਂ, ਇਹਦਾ ਕੋਈ ਕਾਨੂੰਨੀ ਜਾਣੀ ਕਿ ਪਹਿਲੂ ਹੈ ਨਹੀਂਗਾ। ਵੀ ਸਿੱਟ ਨੇ ਜਿਹੜੀ ਆਪਣੀ ਰਿਪੋਰਟ ਦਾਖਲ ਕੀਤੀ ਸੀ ਉਹ ਬਹੁਤ ਸਾਰੇ ਨੁਕਤੇ ਵਿਚਾਰ ਕੇ ਕੀਤੀ ਸੀ ਤੇ ਕੋਈ ਪੱਖ ਅਣਛੋਹਿਆ ਨਹੀਂ ਸੀ ਛੱਡਿਆ। ਇਸ ਕਰਕੇ ਉਹਨਾਂ ਦੀ ਜਾਫਰੀ ਸਾਹਿਬ ਦੀ ਜਿਹੜੀ ਬੇਵਾ ਆ ਉਹਦੇ ਵੱਲੋਂ ਜਿਹੜੀ ਅਰਜੀ ਦਾਇਰ ਕੀਤੀ ਗਈ ਆ ਸੁਪਰੀਮ ਕੋਰਟ ਦੇ ਵਿੱਚ, ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਹੈਗਾ। ਬਿਲਕੁਲ ਠੀਕ ਹੈ। ਔਰ ਇਹ ਤਾਂ ਮਸਲਾ ਕੋਰਟ ਨੇ ਸੋਲਵ ਕਰ ਦਿੱਤਾ। ਬਿਲਕੁਲ। ਤੇ ਇੱਕ ਚੀਜ਼ ਜੋ ਕਾਫੀ ਵਾਇਰਲ ਹੋ ਰਿਹਾ ਹੈ, ਸਿੱਧੂ ਮੂਸੇਵਾਲੇ ਦਾ ਗੀਤ ਜੋ SYL ਦੇ ਮੁੱਦੇ ਦੇ ਉੱਤੇ ਉਹਨਾਂ ਨੇ ਜੀ ਮਾਰਕੀਟ ਦੇ ਵਿੱਚ ਲਾਂਚ ਹੋਇਆ ਹੈ, ਕਦੀ ਗਾਇਆ ਉਹਨਾਂ ਨੇ ਔਰ ਉਹ ਕਾਫੀ ਲੋਕਾਂ ਨੇ ਪਸੰਦ ਵੀ ਕੀਤਾ। ਉਹ ਮਿਲੀਅਨਸ ਲੋਕਾਂ ਨੇ ਦੇਖਿਆ ਹੈਗਾ ਹੈ ਨਾ। ਉਹਦੇ ਤੇ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਜ਼ਿਆਦਾ ਰੌਲਾ ਪੈ ਰਿਹਾ, ਵਾਇਰਲ ਬਹੁਤ ਹੋਇਆ ਤੇ ਕੋਈ ਹੱਕ 'ਚ ਆ ਕੋਈ ਵਿਰੋਧ ਦੇ ਵਿੱਚ ਆ, ਉਹ 'ਚ ਬਲਵਿੰਦਰ ਜਟਾਣਾ ਨੂੰ ਗਲੋਰੀਫਾਈ ਕੀਤਾ ਗਿਆ। ਉਹਨੇ ਆਪਾਂ ਜਾਣਦੇ ਹਾਂ ਵੀ ਜਿਹੜੇ ਇੰਜੀਨੀਅਰ ਨੇ ਜਦੋਂ ਕੰਸਟਰਕਸ਼ਨ ਹੋ ਰਹੀ ਸੀ ਸਤਲੁਜ ਜਮਨਾ ਲਿੰਕ ਨਹਿਰ ਦੀ, ਫਿਰ 30-32 ਮਜ਼ਦੂਰ ਮਾਰੇ ਜਾਂਦੇ ਆ। ਉਹ ਮੀਟਿੰਗ 'ਚ ਬੈਠੇ ਸੀਗੇ ਜਿਹੜੇ ਚੀਫ ਇੰਜੀਨੀਅਰ ਨੇ, ਤਾਂ ਚੰਡੀਗੜ੍ਹ 'ਚ ਮੀਟਿੰਗ ਚੱਲਦੀ 'ਚ ਉਹ ਸ਼ਾਮਲ ਮਤਲਬ ਦਾਖਲ ਹੋ ਕੇ ਬਲਵਿੰਦਰ ਜਟਾਣਾ ਤੇ ਉਹਦੇ ਸਾਥੀਆਂ ਨੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸੋ ਕੁਛ ਤਾਂ ਕਹਿ ਰਹੇ ਆ ਵੀ ਮਜ਼ਦੂਰਾਂ ਨੂੰ ਮਾਰਨਾ ਕਿੱਥੋਂ ਦਾ ਕਾਨੂੰਨ ਸੀਗਾ, ਅਫਸਰਾਂ ਨੂੰ ਮਾਰਨਾ ਉਹਨਾਂ ਦਾ ਕੀ ਕਸੂਰ ਸੀਗਾ, ਹੈ ਨਾ। ਵੀ ਅਫਸਰ ਸਰਕਾਰਾਂ ਦੇ ਫੈਸਲੇ ਲਾਗੂ ਕਰਦੇ ਆ, ਹੈ ਨਾ। ਉਹ SYL ਕਿੱਦਾਂ ਬਣਨੀ ਆ ਕਿੱਦਾਂ ਨਹੀਂ, ਉਹਦੇ ਵਿੱਚ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀਗਾ। ਫਿਰ ਜਿਹੜੇ ਮਜ਼ਦੂਰ ਮਾਰੇ ਜਾਂਦੇ ਆਪਾਂ ਜਾਣਦੇ ਰੋਪੜ ਨਹਿਰ ਦੇ ਲਾਗੇ, ਹੈ ਨਾ, ਰੋਪੜ ਤੋਂ ਬਾਰ-ਬਾਰ, ਉਹਨਾਂ ਦਾ ਕੀ ਕਸੂਰ ਸੀਗਾ। ਤੇ ਕਿਤੇ ਕਿਤੇ ਉਹ ਇਹ ਆਏ ਆ ਵੀ ਉਹ ਜੀ ਪੰਜਾਬ ਦੇ ਲੋਕਾਂ ਬਾਰੇ ਫਿਕਰਮੰਦ ਸੀ,
ਉਹਦੇ ਵਿੱਚ ਅਕਾਲ ਤਖਤ ਸਾਹਿਬ ਦਾ 84 ਤੋਂ ਬਾਅਦ ਦਾ ਜਿਹੜਾ ਦ੍ਰਿਸ਼ ਆ, ਹਮਲੇ ਤੋਂ ਬਾਅਦ, ਫੌਜੀ ਹਮਲੇ ਤੋਂ, ਉਹਦੇ ਦ੍ਰਿਸ਼ ਨੇ। ਭਿੰਡਰਾਂਵਾਲਾ ਸਾਹਿਬ ਨੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਹੋਰੀ ਨੇ, ਔਰ ਬਲਵਿੰਦਰ ਜਟਾਣਾ ਦੀ ਤਸਵੀਰ ਵਿੱਚ ਦਿਖਾਈ ਗਈ ਆ। 23 ਨੂੰ ਲਾਂਚ ਹੋਇਆ ਹੈਗਾ ਉਹ ਗੀਤ। ਤੇ ਕਹਿਣ ਦਾ ਭਾਵ ਇਹ ਆ ਵੀ SYL ਕਰਕੇ ਹੀ ਉਹ ਮਸ਼ਹੂਰ ਹੋਇਆ ਹੈਗਾ। ਤੇ ਉਹਦੇ ਬਾਰੇ ਰਲਵੇਂ ਮਿਲਵੇਂ ਪ੍ਰਭਾਵ ਆ। ਕੁਛ ਲੋਕ ਕਹਿੰਦੇ ਆ ਵੀ ਕਾਤਲਾਂ ਨੂੰ ਗਲੋਰੀਫਾਈ ਕੀਤਾ ਗਿਆ ਉਹਦੇ ਵਿੱਚ, ਕੁਛ ਕਹਿੰਦੇ ਆ ਵੀ ਉਹ ਪੰਜਾਬ ਦੇ ਉੱਚਤਾ ਮੁੱਦੇ ਉਭਾਰੇ ਆ। ਕਾਂਗਰਸ ਦਾ ਉਹ ਸਿੱਧੂ ਮੂਸੇਵਾਲਾ ਜਿਹੜਾ ਆ ਉਹ ਕੈਂਡੀਡੇਟ ਰਿਹਾ ਸੁੱਖ ਨਾਲ, ਕਾਂਗਰਸ ਦੀ ਵਿਚਾਰਧਾਰਾ ਦੇ ਖਿਲਾਫ ਜਾਂਦਾ ਹੈਗਾ ਸਾਰਾ ਕੁਝ। ਸੋ ਕਾਂਗਰਸ ਆਗੂ ਤਾਂ ਚੁੱਪਚਾਪ ਕਰਕੇ ਬੈਠੇ ਆ, ਕਿਸੇ ਦਾ ਕੋਈ ਬਿਆਨ ਮੈਨੂੰ ਕੋਈ ਵੱਡਾ ਆਇਆ ਨਹੀਂ ਲੱਗਦਾ ਹੈਗਾ। ਸੋ ਇਸ ਗੱਲ ਬਾਰੇ ਅਜੇ ਕੋਈ ਵੀ ਟਿੱਪਣੀ ਕਰਨੀ ਬਹੁਤ ਜਲਦਬਾਜ਼ੀ ਅਰਲੀ ਹੋਏਗੀ, ਬਹੁਤ ਜਲਦੀ ਹੋਏਗੀ। ਸੋ ਇੱਕ ਚੀਜ਼, ਇੱਕ ਵਿਚਾਰ ਤਾਂ ਇਹੀ ਹੈ ਕਿ ਕਲਾ ਦਾ, ਸੰਗੀਤ ਦਾ, ਗੀਤ ਦਾ ਹਮੇਸ਼ਾ ਪ੍ਰਯੋਗ ਹੋਣਾ ਚਾਹੀਦਾ। ਤੋ ਉਹ ਸਮਾਜ ਦੇ ਚੰਗੇ ਵਾਤਾਵਰਣ ਵਾਸਤੇ, ਪੰਜਾਬ ਨੂੰ ਚੰਗਾ ਵਾਤਾਵਰਣ ਮਿਲੇ, ਸਮਾਜ ਨੂੰ ਬਿਲਕੁਲ। ਘੱਟੋ ਘੱਟ ਦੇਖੋ, ਆਪਣੇ ਅਫਗਾਨਿਸਤਾਨ ਵਰਗਾ ਮਾਹੌਲ ਤਾਂ ਨਹੀਂ ਨਾ, ਜਿੱਥੇ ਤਾਲਿਬਾਨ ਨੇ ਗੀਤ ਸੰਗੀਤ ਤੇ ਪਾਬੰਦੀਆਂ ਲਾਤੀਆਂ ਹੈਗੀਆਂ, ਤੇ ਜਿਹੜੇ ਕੁਝ ਬਚੇ ਖੁਚੇ ਸੰਗੀਤਕਾਰ ਗੀਤਕਾਰ ਨੇ ਉਹ ਆਣ ਕੇ ਕਾਬਲ ਜਾਂ ਹੋਰ ਵੱਡੇ ਸ਼ਹਿਰਾਂ 'ਚ ਟਿਕ ਗਏ ਆ। ਕੋਈ ਬਚੇ ਖੁਚੇ, ਕੁਛ ਕੋਈ ਇਰਾਨ 'ਚ ਸ਼ਰਨ ਲੈ ਕੇ ਬੈਠਾ, ਕੋਈ ਯੂਰਪ ਨੂੰ ਦੌੜ ਗਿਆ। ਅਜੇ ਕ੍ਰਿਸ਼ਨ ਲਾਲ ਰੱਤੂ ਹੋਰਾਂ ਦਾ ਬੜਾ ਲੰਮਾ ਚੌੜਾ ਲੇਖ ਲੱਗਾ ਪੰਜਾਬੀ ਟ੍ਰਿਬਿਊਨ ਦੇ ਵਿੱਚ, ਪਈ ਜਿਹੜੇ ਸਾਜਿੰਦੇ ਨੇ, ਜਿਹੜੇ ਗਾਇਕ ਆ, ਉਹ ਕਿੱਦਾਂ ਆਪਣੀ ਜਾਨ ਲੁਕਾਉਂਦੇ ਫਿਰਦੇ ਆ ਅਫਗਾਨਿਸਤਾਨ ਦੇ ਵਿੱਚ। ਸਾਡੇ ਘੱਟੋ ਘੱਟ ਇੱਦਾਂ ਦਾ ਮਾਹੌਲ ਤਾਂ ਨਹੀਂ, ਸੰਗੀਤਕ ਮਾਹੌਲ ਆ। ਪਰ ਉਹ ਕਿਹੋ ਜਿਹਾ ਸੰਗੀਤ ਆਪਾਂ ਲੋਕਾਂ ਨੂੰ ਪੇਸ਼ ਕਰ ਰਹੇ ਆ, ਕਿਹੋ ਜਿਹਾ ਗੀਤ, ਉਹਨਾਂ ਦੇ ਅਲਫਾਜ਼ ਕਿਹੋ ਜਿਹੇ ਨੇ, ਉਹ ਲੋਕਾਂ ਤੇ ਕੀ ਪ੍ਰਭਾਵ ਛੱਡਦੇ ਆ, ਕੀ ਸੇਧ ਦਿੰਦੇ ਸਾਨੂੰ, ਪਿਕਚਰਾਈਜੇਸ਼ਨ ਕਿੱਦਾਂ ਦੀ, ਵਿਜ਼ੂਅਲ ਕਿੱਦਾਂ ਦੇ ਨੇ, ਵਿਜ਼ੂਅਲਸ ਕਿੱਦਾਂ ਦੇ ਆ, ਉਹ ਸਾਨੂੰ ਰਾਹੋਂ ਕਰਾਹੇ ਪਾਉਂਦੇ ਆ ਜਾਂ ਸਾਨੂੰ ਸਹੀ ਰਾਹਾਂ ਤੇ ਜ਼ਿੰਦਗੀ ਦੀਆਂ ਤੇ ਤੋਰਦੇ ਆ, ਇਹ ਦੇਖਣਾ ਹੁੰਦਾ ਹੈ। ਬਿਲਕੁਲ ਜੀ। ਹੁਣ ਅਸੀਂ ਇਹ ਵੀ ਦੇਖਣਾ ਕਿ ਸਾਡਾ ਸਮਾਂ ਹੋ ਗਿਆ। ਸਮਾਂ ਮੈਨੂੰ ਲੱਗਦਾ ਅੱਜ ਵਾਵਾ ਹੋ ਗਿਆ, ਵਾਵਾ ਹੋ ਗਿਆ, ਤੇ ਇਹ ਹੁਣ ਪ੍ਰੋਗਰਾਮ ਨੂੰ ਸਮੇਟਣ ਦਾ ਤੇ ਦਰਸ਼ਕਾਂ ਕੋਲੋਂ ਆਗਿਆ ਲੈਣ ਦਾ ਸਮਾਂ ਹੈ। ਬਿਲਕੁਲ ਜੀ। ਤੇ ਤੁਸੀਂ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ, ਜੋ ਵੀ ਤੁਸੀਂ ਹੋਰ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬਿਹਤਰੀ ਲਈ, ਜੋ ਵੀ ਦਰਸ਼ਕ ਸਾਡੇ ਚਾਹੁੰਦੇ ਨੇ ਜੀ, ਉਹ ਜ਼ਰੂਰ ਸਾਨੂੰ ਇਨਬਾਕਸ ਕਰੋ। ਸੋ ਇਸ ਪ੍ਰੋਮਿਸ ਦੇ ਨਾਲ ਕਿ ਅਗਲਾ ਐਪੀਸੋਡ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ, ਔਰ ਫਿਰ ਤੋਂ ਅਸੀਂ ਖਬਰ ਜੰਕਸ਼ਨ ਦੇ ਵਿੱਚ ਨਵੀਆਂ ਖਬਰਾਂ ਦੇ ਜੰਕਸ਼ਨ ਦੇ ਉੱਤੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਸੋ ਚੱਲੀਏ ਜੀ। ਲਈਏ ਆ ਗਿਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।